ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਵੱਡੀਆਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਖਬਰਾਂ ਦੀ ਪੜਤਾਲ ਕਰਦੇ ਹਾਂ। ਅੱਜ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਬਿਆਨ ਜੋ ਕਿਸਾਨੀ ਅੰਦੋਲਨ ਦੇ ਰੇੜਕੇ ਦੇ ਵਿਚਕਾਰ ਆਇਆ ਹੈ JDU ਦੇ केसी त्यागी ਦਾ। ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਦਾ ਹੱਲ ਦੱਸ ਸਕਦਾ ਹਾਂ। ਉਹਨਾਂ ਨੇ ਹੱਲ ਵੀ ਦੱਸਿਆ ਹੈ, ਕੀ ਹੱਲ ਦੱਸਿਆ ਹੈ ਤੇ ਕੀ ਕਿਸਾਨ ਇਸ ਦੇ ਉੱਤੇ ਸਹਿਮਤ ਹੋ ਸਕਦੇ ਨੇ, ਕੀ ਸਰਕਾਰ ਇਸ ਦੇ ਉੱਤੇ ਸਹਿਮਤ ਹੋ ਸਕਦੀ ਆ। ਇਸ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਨਾਲ ਹੀ ਪੰਜਾਬ ਦੇ ਵਿੱਚ ਖੜੇ ਹੋਏ ਸਿਆਸੀ ਘਮਸਾਨ ਦੇ ਬਾਰੇ ਵੀ ਗੱਲਬਾਤ ਕਰਾਂਗੇ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵੱਲੋਂ ਕਾਂਗਰਸ ਤੇ ਆਰੋਪ ਲਗਾਏ ਜਾ ਰਹੇ ਨੇ, ਇਲਜ਼ਾਮ ਬਹੁਤ ਵੱਡੇ ਲਾਏ ਜਾ ਰਹੇ ਨੇ। ਉਧਰ ਕਾਂਗਰਸ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਘੇਰਨ ਦੀਆਂ ਵੱਖੋ ਵੱਖਰੀਆਂ ਟਿੱਪਣੀਆਂ ਨੇ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਦਾ ਪ੍ਰੋਗਰਾਮ ਆਧਾਰਿਤ ਰਹੇਗਾ ਤੇ ਹੋਰ ਕਈ ਵੱਡੇ ਸਵਾਲ ਨੇ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਡੱਲਾ ਸਾਹਿਬ ਤੋਂ ਲਵਾਂਗੇ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰੀਏ, ਫਿਰ ਅੱਗੇ ਬਾਤ ਹੈ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਗਗਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ। ਡੱਲਾ ਜੀ, ਜਿਸ ਹਿਸਾਬ ਦੇ ਨਾਲ ਜਿਸ ਬਿਆਨ ਦੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ JDU ਦੇ ਕੇਸੀ ਤਿਆਗੀ, ਉਸ ਬਿਆਨ ਦੇ ਬਾਰੇ ਵਿਸਥਾਰ ਦੇ ਨਾਲ ਦੱਸਿਓ ਤੇ ਫਿਰ ਆਪਾਂ ਚਰਚਾ ਕਰਦੇ ਹਾਂ ਕਿ ਕੌਣ ਮੰਨ ਸਕਦਾ, ਕੌਣ ਨਹੀਂ ਮੰਨ ਸਕਦਾ। ਦੇਖੋ, ਇੱਕ ਨਵਾਂ ਜਿਹੜਾ ਹੈਗਾ ਇੱਕ ਫਾਰਮੂਲਾ, ਸੁਝਾਅ ਕਹੂੰਗਾ ਮੈਂ ਇਹਨੂੰ, ਫਾਰਮੂਲਾ ਅਸੀਂ ਤਕਨੀਕੀ ਤੌਰ ਤੇ ਕਹਿ ਸਕਦੇ ਹਾਂ। ਇੱਕ ਸੁਝਾਅ ਦਿੱਤਾ ਹੈ ਗਗਨ ਜੀ ਕੇਸੀ ਤਿਆਗੀ ਨੇ, ਕੌਮੀ ਜਨਰਲ ਸਕੱਤਰ ਨੇ JDU ਜਨਤਾ ਦਲ ਯੂਨਾਈਟਿਡ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਨਤਾ ਦਲ ਯੂਨਾਈਟਿਡ ਤੇ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਹੈ। NDA ਦੇ ਵਿੱਚ ਜਨਤਾ ਦਲ ਯੂਨਾਈਟਿਡ ਬਹੁਤ ਪੁਰਾਣਾ ਇੱਕ ਘਟਕ ਹੈ ਔਰ ਸਾਨੂੰ ਪਤਾ ਨਿਤਿਸ਼ ਕੁਮਾਰ JDU ਦੇ ਹੀ ਮੁੱਖ ਮੰਤਰੀ ਨੇ, JDU ਔਰ BJP ਦੇ। ਸੋ ਹੁਣ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਗੱਲਬਾਤ ਟੁੱਟੀ ਹੋਈ ਹੈ, ਗੱਲਬਾਤ ਰੁਕੀ ਹੋਈ ਹੈ, ਲਗਾਤਾਰ ਸਰਕਾਰ ਤੇ ਵੀ ਸਵਾਲ ਖੜੇ ਹੁੰਦੇ ਨੇ ਵੀ ਤੁਸੀਂ ਗੱਲਬਾਤ ਕਿਉਂ ਨਹੀਂ ਕਰ ਰਹੇ। ਸਰਕਾਰ ਕਹਿੰਦੀ ਅਸੀਂ ਆਪਣਾ ਵੱਧ ਤੋਂ ਵੱਧ, ਅਧਿਕਤਮ ਹਿੰਦੀ 'ਚ ਕਹਿੰਦੇ ਆਓ, ਅਸੀਂ ਕਹਿੰਦੇ ਵੱਧ ਤੋਂ ਵੱਧ ਪ੍ਰਸਤਾਵ ਦੇ ਚੁੱਕੇ ਹਾਂ ਸਰਕਾਰ ਨੂੰ ਔਰ ਅਸੀਂ ਉਹ ਕਹਿੰਦੇ ਚਾਹੁੰਦੇ ਹਾਂ ਕਿ ਕਿਸਾਨ ਉਸ ਪ੍ਰਸਤਾਵ ਤੇ ਫੈਸਲਾ ਕਰਨ। ਕਿਸਾਨ ਤਾਂ 2 ਵਾਰੀ ਫੈਸਲਾ ਕਰ ਚੁੱਕੇ ਨੇ, ਪਹਿਲਾਂ ਮੀਟਿੰਗ ਕੀਤੀ, ਪ੍ਰਸਤਾਵ ਰੱਦ ਕੀਤਾ, ਦੁਬਾਰਾ ਮੀਟਿੰਗ ਕੀਤੀ, ਪ੍ਰਸਤਾਵ ਰੱਦ ਕੀਤਾ। ਹੁਣ ਗੱਲਬਾਤ ਮੁੱਕ ਗਈ ਗਗਨ। ਦੇਖੋ, ਜਿਹੜਾ ਰੇੜਕਾ ਫਿਲਹਾਲ ਉਹ ਬਰਕਰਾਰ ਹੈ ਕਿ ਗੱਲਬਾਤ ਅੱਗੇ ਨਹੀਂ ਤੁਰ ਰਹੀ। ਅਜਿਹੇ ਮੌਕੇ ਤੇ ਕੇਸੀ ਤਿਆਗੀ ਉਹਨਾਂ ਦਾ ਜਿਹੜਾ ਬਿਆਨ ਹੈ, ਉਹਨਾਂ ਦਾ ਜਿਹੜਾ ਸੁਝਾਅ ਹੈ, ਅਗਰ ਇਸ ਤੇ ਅਮਲ ਹੋਇਆ, ਅਗਰ ਸਰਕਾਰ ਨੇ ਇਹਨੂੰ ਸਵੀਕਾਰ ਕਰ ਲਿਆ, ਅਗਰ ਸਰਕਾਰ ਨੂੰ ਵੀ ਇਹ ਗੱਲ ਸਮਝ ਆਈ ਕਿ ਹਾਂ ਅਗਰ ਅਸੀਂ ਪ੍ਰਸਤਾਵ ਦੇ ਦਈਏ ਤੇ ਗੱਲ ਕਿੱਧਰ ਨੂੰ ਜਾ ਸਕਦੀ ਹੈ। ਹੁਣ ਪ੍ਰਸਤਾਵ ਕੀ ਹੈ, ਮੈਂ ਤੁਹਾਨੂੰ ਵਿਸਤਾਰ 'ਚ ਸਮਝਾਵਾਂ। ਕੇਸੀ ਤਿਆਗੀ ਉਹਨਾਂ ਨੇ ਇਹ ਕਿਹਾ ਕਿ ਹਾਲੇ ਤੱਕ ਸਰਕਾਰ ਨੇ ਕਿਹਾ ਸੀ ਕਿ ਅਸੀਂ 18 ਮਹੀਨੇ ਤੱਕ ਮੁਲਤਵੀ ਕਰਦੇ ਹਾਂ ਕਾਨੂੰਨ, 1.5 ਸਾਲ ਤੱਕ। ਕੇਸੀ ਤਿਆਗੀ ਕਹਿੰਦੇ ਕਿਸਾਨਾਂ ਨੂੰ ਉਹ ਗੱਲ ਸਮਝ ਨਹੀਂ ਆਈ। ਹੁਣ ਕੇਸੀ ਤਿਆਗੀ ਕਹਿੰਦੇ ਕਿ ਸਰਕਾਰ ਕੀ ਕਰੇ, ਸਰਕਾਰ ਕਵੇ ਕਿ ਅਸੀਂ ਅਣਮਿੱਥੇ ਸਮੇਂ ਲਈ ਕਾਨੂੰਨਾਂ ਨੂੰ ਮੁਲਤਵੀ ਕਰਦੇ ਹਾਂ। ਦੂਸਰਾ ਕੇਸੀ ਤਿਆਗੀ ਕਹਿੰਦੇ ਕਿ ਕਿਸਾਨਾਂ ਦੀ ਮੰਗ ਹੈ MSP ਨੂੰ ਕਾਨੂੰਨ ਬਣਾਉਣ ਦੀ। ਉਹ ਬਿਲਕੁਲ ਇਸ ਗੱਲ ਨਾਲ ਸਹਿਮਤ ਨੇ ਵੀ ਕਿਸਾਨਾਂ ਨੂੰ ਮੁੱਲ ਨਹੀਂ ਮਿਲ ਰਿਹਾ ਫਸਲਾਂ ਦਾ। ਹੁਣ ਉਹ ਕਹਿੰਦੇ ਕਿ ਇਹਦੇ ਲਈ ਸਰਕਾਰ ਨੂੰ ਇਹ ਕਰਨਾ ਚਾਹੀਦਾ ਕਿ ਸਰਕਾਰ ਜਿਹੜਾ MSP ਹੈ ਉਹਨੂੰ ਸੰਵਿਧਾਨਿਕ ਅਧਿਕਾਰ ਬਣਾ ਦੇ। ਇਹ ਵੀ ਉਹਨਾਂ ਨੇ ਇੱਕ ਨਵੀਂ ਗੱਲ ਸੁਝਾਈ ਹੈ। ਇਹਦੇ ਉੱਤੇ ਕਾਨੂੰਨੀ ਪੱਖ ਅਜੇ ਆਉਣਾ ਬਾਕੀ ਹੈ ਕਿ ਅਗਰ ਅਸੀਂ MSP ਨੂੰ ਸੰਵਿਧਾਨਿਕ ਅਧਿਕਾਰ ਦਾ ਦਰਜਾ ਦਿੰਦੇ ਹਾਂ ਤੇ ਕੀ ਉਹ ਕਾਨੂੰਨ ਦੇ ਨੇੜੇ ਤੇੜੇ ਦੀ ਗੱਲ ਹੀ ਹੈ, ਕਿਤੇ ਕੋਈ ਗੋਲਮੋਲ ਗੱਲ ਤਾਂ ਨਹੀਂ। ਹੁਣ ਇਹਦੇ ਤੇ ਹਜੇ ਕਾਨੂੰਨੀ ਓਪੀਨੀਅਨ, ਐਕਸਪਰਟ ਓਪੀਨੀਅਨ ਹੈ ਜਿਹੜਾ ਹਜੇ ਗਗਨ ਬਾਕੀ ਹੈ। ਪਰ ਅਗਰ ਕੇਂਦਰ ਦੀ ਸਰਕਾਰ ਨੇ, ਅਗਰ ਕੇਸੀ ਤਿਆਗੀ ਉਹਨਾਂ ਦੀ ਜਿਹੜੀ ਗੱਲ ਹੈ ਉਹ ਕੇਂਦਰ ਦੇ ਮੰਤਰੀਆਂ, ਪ੍ਰਧਾਨ ਮੰਤਰੀ ਸਾਹਿਬ ਦੇ ਕੰਨ 'ਚ ਪੈ ਗਈ ਕਿ ਨਰਿੰਦਰ ਤੋਮਰ ਜਾਂ ਪ੍ਰਧਾਨ ਮੰਤਰੀ ਅਮਿਤ ਸ਼ਾਹ ਇਹ ਗੱਲ ਤੇ ਵਿਚਾਰ ਕਰਨਗੇ ਵੀ ਚਲੋ ਅਸੀਂ ਕਿਸਾਨਾਂ ਨੂੰ ਅਣਮਿੱਥੇ ਸਮੇਂ ਲਈ ਕਾਨੂੰਨ ਮੁਲਤਵੀ ਕਰਨ ਦਾ ਪ੍ਰਸਤਾਵ ਦੇ ਕੇ ਦੇਖਦੇ ਹਾਂ। ਹੁਣ ਅਗਰ ਕੋਈ ਅਜਿਹਾ ਪ੍ਰਸਤਾਵ ਆਉਂਦਾ ਤੇ ਫਿਰ ਕਿਸਾਨਾਂ ਦਾ ਕੀ ਰੁਖ ਹੋਣਾ ਚਾਹੀਦਾ, ਇਹ ਵੀ ਆਪਣੇ ਆਪ ਸਵਾਲ ਵੱਡਾ ਹੈ। ਹੁਣ ਮੈਂ ਕੱਲ੍ਹ ਵੀ ਜਿਹੜਾ ਪ੍ਰੋਗਰਾਮ ਕੀਤਾ ਸੀ ਗਗਨ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਨੇ ਬੜੇ ਚਿੰਤਤ ਨੇ ਕਿਸਾਨ ਅੰਦੋਲਨ ਤੋਂ ਕਿ ਸਫਲ ਹੋਣਾ ਚਾਹੀਦਾ ਕਿਸਾਨ ਅੰਦੋਲਨ, ਔਰ ਉਹਨਾਂ ਨੇ ਇਸ ਤਰੀਕੇ ਦੇ ਸਵਾਲ ਕੀਤੇ ਕਿ ਅਣਮਿੱਥੇ ਸਮੇਂ ਲਈ ਅਗਰ ਇਹ ਕਾਨੂੰਨ ਮੁਲਤਵੀ ਹੋਏਗਾ ਤਾਂ ਫਿਰ ਕਿਸੇ ਵੀ ਸਮੇਂ ਕਾਨੂੰਨ ਦੁਬਾਰਾ ਲਾਗੂ ਕਰ ਸਕਦੀ ਹੈ ਸਰਕਾਰ। ਸੋ ਉੱਥੇ ਜਦੋਂ ਅਣਮਿੱਥੇ ਸਮੇਂ ਦਾ ਪ੍ਰਸਤਾਵ ਆਊਗਾ, ਕਿਸਾਨਾਂ ਤੇ ਸਰਕਾਰਾਂ 'ਚ ਕੋਈ ਗੱਲ ਅੱਗੇ ਤੁਰੂਗੀ ਤੇ ਜ਼ਰੂਰ ਕਿਸਾਨ ਇਹ ਗੱਲ ਰੱਖਣਗੇ ਕਿ ਅਣਮਿੱਥੇ ਸਮੇਂ ਦਾ ਮਤਲਬ ਇਹ ਹੈ ਕਿ ਤੁਹਾਨੂੰ ਅਣਮਿੱਥੇ ਸਮੇਂ ਦਾ ਮਤਲਬ ਪਹਿਲਾਂ ਤਾਂ ਇਹ ਤੈਅ ਕਰਨਾ ਪੈਣਾ ਕਿ ਇਹ 1 ਸਾਲ 6 ਮਹੀਨੇ 1.5 ਸਾਲ 2 ਸਾਲ ਨਹੀਂ ਹੈ। ਅਣਮਿੱਥੇ ਦਾ ਮਤਲਬ ਤੁਸੀਂ ਇਸ ਰੂਪ 'ਚ ਦੇਖੋ ਕਿ ਜਦ ਤੱਕ ਕਿਸਾਨ ਔਰ ਸਰਕਾਰਾਂ ਦੇ ਵਿੱਚ ਸਹਿਮਤੀ ਨਹੀਂ ਬਣਦੀ, ਕਿਸੇ ਇੱਕ ਧਿਰ ਦੀ ਸਹਿਮਤੀ ਦੇ ਆਧਾਰ ਤੇ ਅਣਮਿੱਥੇ ਸਮੇਂ ਨੂੰ ਤੋੜਿਆ ਨਾ ਜਾਵੇ। ਭਾਵ ਕਿ ਜਦ ਤੱਕ ਕਿਸਾਨ
ਔਰ ਸਰਕਾਰ ਇਸ ਗੱਲ ਤੇ ਨਹੀਂ ਆ ਜਾਂਦੇ ਕਿ ਸਾਡੀ ਹੁਣ ਸਹਿਮਤੀ ਨਹੀਂ ਬਣਦੀ, ਫਿਰ ਅਣਮਿੱਥੇ ਸਮੇਂ ਵਾਲੀ ਜਿਹੜੀ ਗੱਲ ਹੈ ਉਹਦੇ ਤੇ ਸਰਕਾਰ ਸੋਚੇ। ਅਣਮਿੱਥੇ ਸਮੇਂ ਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ 'ਚ ਵੀ ਕੇਸ ਚੱਲ ਰਿਹਾ ਹੈ, ਸੁਪਰੀਮ ਕੋਰਟ ਨੇ ਮੁਲਤਵੀ ਕੀਤੇ ਹੈ, ਜਾਂ ਇਹ ਸਰਕਾਰ ਸੁਪਰੀਮ ਕੋਰਟ 'ਚ ਵੀ ਐਫੀਡੇਵਿਟ ਦੇਵੇ ਕਿ ਅਣਮਿੱਥੇ ਸਮੇਂ ਦਾ ਮਤਲਬ ਇਹ ਹੈ ਕਿ ਅਗਰ ਸਹਿਮਤੀ ਨਹੀਂ ਬਣਦੀ ਸਾਡੇ ਤੇ ਸਰਕਾਰ 'ਚ, ਤੇ ਸਾਡਾ ਇਹ ਕਾਰਜਕਾਲ ਅਣਮਿੱਥੇ ਦੇ ਸਮੇਂ ਦੇ ਤੌਰ ਤੇ ਦੇਖਿਆ ਜਾਵੇ। ਮਤਲਬ ਕਿ ਨਰਿੰਦਰ ਮੋਦੀ ਦੀ ਸਰਕਾਰ ਦਾ ਇਸ ਵਾਰ ਦਾ ਜਿੰਨਾ ਕਾਰਜਕਾਲ ਹੈ ਉਹਨੂੰ ਅਸੀਂ ਅਣਮਿੱਥੇ ਸਮੇਂ ਦੇ ਤੌਰ ਤੇ ਵੀ ਦੇਖ ਸਕਦੇ ਹਾਂ, ਅਗਰ ਸਰਕਾਰ ਤਿਆਰ ਹੁੰਦੀ ਹੈ। ਇਹ ਫਾਰਮੂਲੇ ਨੇ, ਸੰਭਾਵਨਾਵਾਂ ਨੇ ਗਗਨ, ਜਿਨ੍ਹਾਂ ਤੇ ਗੱਲ ਹੋ ਰਹੀ ਹੈ। ਅਗਰ ਸਰਕਾਰ ਅਣਮਿੱਥੇ ਸਮੇਂ ਦਾ ਪ੍ਰਸਤਾਵ ਦਿੰਦੀ ਹੈ ਤੇ ਕਿਸਾਨ ਇਸ ਰੂਪ ਦੇ ਵਿੱਚ ਇਸ ਪ੍ਰਸਤਾਵ ਦੇ ਉੱਤੇ ਅੱਗੇ ਵਧ ਸਕਦੇ ਨੇ, ਸਰਕਾਰ ਅੱਗੇ ਇਹ ਸ਼ਰਤ ਰੱਖ ਕੇ ਕਿ ਅਣਮਿੱਥੇ ਸਮੇਂ ਦਾ ਮਤਲਬ ਹੈ ਕਿ ਤੁਸੀਂ ਆਪਣੇ ਰਹਿੰਦੇ ਕਾਰਜਕਾਲ ਦੇ ਵਿੱਚ ਫਿਰ ਇਸ ਨੂੰ ਲਾਗੂ ਨਹੀਂ ਕਰੋਗੇ ਅਗਰ ਸਮਝੌਤਾ ਸਾਡਾ ਨਹੀਂ ਹੁੰਦਾ। ਅਣਮਿੱਥੇ ਸਮੇਂ ਦਾ ਪ੍ਰਸਤਾਵ ਅਗਰ ਕਿਸਾਨ ਸਵੀਕਾਰ ਕਰਦੇ ਨੇ, ਫਿਰ ਕੋਈ ਸਾਂਝੀ ਕਮੇਟੀ ਬਣ ਸਕਦੀ ਹੈ, ਕਾਨੂੰਨਾਂ ਦੀ ਸ਼ਕਲ ਸੂਰਤ ਬਦਲ ਸਕਦੀ ਹੈ। ਹੋ ਸਕਦਾ ਹੈ ਫਿਰ ਸਰਕਾਰ ਵੀ ਕਵੇ ਕਿ ਅਸੀਂ ਅਣਮਿੱਥੇ ਸਮੇਂ ਲਈ ਤਾਂ ਮੁਲਤਵੀ ਕੀਤੇ ਹੀ ਨੇ, ਚਲੋ ਅਸੀਂ ਨਵੇਂ ਸਿਰੇ ਤੋਂ ਕਾਨੂੰਨ ਬਣਾ ਦਿੰਦੇ ਹਾਂ। ਸੋ ਗੱਲਾਂ ਫਿਰ ਕਿਸੇ ਵੀ ਰੂਪ ਦੇ ਵਿੱਚ ਅੱਗੇ ਆ ਸਕਦੀਆਂ ਨੇ। ਔਰ MSP ਤੇ ਜਿਹੜੀ ਕਾਨੂੰਨ ਦੀ ਮੰਗ ਹੈ ਕਿਸਾਨਾਂ ਦੀ, ਅਗਰ MSP ਤੇ ਸਰਕਾਰ ਸੰਵਿਧਾਨਿਕ ਅਧਿਕਾਰ ਵਾਲੀ ਗੱਲ ਨੂੰ ਪਰਿਭਾਸ਼ਿਤ ਕਰਦੇ, ਅੰਗਰੇਜ਼ੀ 'ਚ ਜਿਹਨੂੰ ਕਹਿੰਦੇ ਨੇ ਡਿਫਾਈਨ ਕਰਦੇ, ਸਾਡੇ ਬਹੁਤ ਕਾਨੂੰਨੀ ਮਾਹਰ ਨੇ, ਸਿਆਣੇ ਸਾਡੇ ਵਕੀਲ ਨੇ, ਜੱਜ ਨੇ। ਸੰਵਿਧਾਨਿਕ ਅਧਿਕਾਰ ਜਦੋਂ ਅਸੀਂ ਕਿਸੇ ਗੱਲ ਦਾ ਕਰਦੇ ਹਾਂ ਕਿ ਕਿਸਾਨਾਂ ਨੂੰ MSP ਦਾ ਸੰਵਿਧਾਨਿਕ ਅਧਿਕਾਰ ਦੇ ਦਿੱਤਾ ਜਾਵੇ, ਹੋ ਸਕਦਾ ਹੈ ਕਿ ਫਿਰ ਕੋਈ ਸਾਡਾ ਜੱਜ, ਸਾਡੇ ਕੋਈ ਮਾਨਯੋਗ ਵਕੀਲ, ਜੱਜ, ਮਾਨਯੋਗ ਜੱਜ ਸਾਹਿਬ ਇਹ ਕੋਈ ਡਿਫਾਈਨ ਕਰ ਦੇਣ, ਪਰਿਭਾਸ਼ਿਤ ਕਰ ਦੇਣ ਕਿ MSP ਦੇ ਸੰਵਿਧਾਨਿਕ ਅਧਿਕਾਰ ਦਾ ਮਤਲਬ ਕੀ ਹੈ, ਕੀ ਇਹ MSP ਦੇ ਕਾਨੂੰਨ ਦੇ ਨੇੜੇ ਤੇੜੇ ਦੀ ਚੀਜ਼ ਹੈ। ਇਹ ਵੀ ਗੱਲ ਆਉਂਦੇ ਦਿਨਾਂ 'ਚ ਸਾਨੂੰ ਸਪਸ਼ਟ ਹੋਊਗੀ ਤੇ ਸਮਝ ਆਊਗੀ, ਇਹਦੇ ਤੇ ਅਸੀਂ ਹੋਰ ਜ਼ਿਆਦਾ ਗੱਲ ਵੀ ਫਿਰ ਕਰ ਪਾਵਾਂਗੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਨਵੀਂ ਡਿਵੈਲਪਮੈਂਟ ਹੈ। ਕੌਮੀ ਜਨਰਲ ਸਕੱਤਰ ਨੇ KC ਤਿਆਗੀ, ਸਿਆਣੀ ਉਮਰ ਹੈ, ਰਾਜ ਸਭਾ ਦੇ ਵਿੱਚ ਵੀ ਨੇ, ਔਰ ਹੁਣ ਉਹਨਾਂ ਦੇ ਬਿਆਨ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਜਿਹੜਾ ਰੇੜਕਾ ਸੀ, ਗੱਲਬਾਤ ਟੁੱਟੀ ਹੋਈ ਸੀ, ਇੱਕ ਠਹਿਰਾਅ ਆ ਗਿਆ ਸੀ ਗੱਲਬਾਤ 'ਚ ਗਗਨ, ਇੱਕ ਸੰਕੇਤ ਮਿਲਿਆ ਕਿ ਗੱਲਬਾਤ ਅਗਰ ਦੁਬਾਰਾ ਇਸ ਦਿਸ਼ਾ 'ਚ ਸ਼ੁਰੂ ਕੀਤੀ ਜਾਵੇ। ਦੇਖੋ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਨਾ ਤਾਂ ਸਰਕਾਰ ਹਾਲ ਦੀ ਘੜੀ ਕੋਈ ਸਿੱਧੀ ਅਪਰੋਚ ਕਰ ਰਹੀ ਹੈ ਕਿਸਾਨਾਂ ਨੂੰ, ਨਾ ਕਿਸਾਨ ਸਿੱਧੇ ਸਰਕਾਰ ਕੋਲੇ ਜਾ ਰਹੇ ਨੇ। ਹੁਣ ਇੱਕ ਮੀਡੀਏਟਰ ਦੀ ਲੋੜ ਹੈ, ਇੱਕ ਮਧਿਅਸਥ ਦੀ ਲੋੜ ਹੈ, ਪੰਜਾਬੀ 'ਚ ਆਪਾਂ ਜਿਹਨੂੰ ਵਿਚੋਲਾ ਕਹਿੰਦੇ ਹਾਂ। ਸੋ ਅਗਰ KC ਤਿਆਗੀ ਹੋਣੀ ਮੰਨ ਲਈਏ ਕਿ ਉਹ ਇੱਕ ਵਿਚੋਲੇ ਦੇ ਤੌਰ ਤੇ ਉਹਨਾਂ ਨੇ ਸੁਝਾਅ ਦਿੱਤਾ ਹੈ, ਸਰਕਾਰ KC ਤਿਆਗੀ ਨਾਲ ਗੱਲ ਕਰਨ ਦੀ ਬਜਾਏ ਸਿੱਧਾ ਕਿਸਾਨਾਂ ਨਾਲ ਵੀ ਗੱਲ ਕਰ ਸਕਦੀ ਹੈ, ਜਾਂ KC ਤਿਆਗੀ ਉਹਨਾਂ ਨੂੰ ਮਧਿਅਸਥਤਾ ਦੇ ਲਈ ਸਰਕਾਰ ਅੱਗੇ ਲਿਆ ਸਕਦੀ ਹੈ। KC ਤਿਆਗੀ ਇਸ ਸੁਝਾਅ ਨੂੰ ਲੈ ਕੇ ਪਹਿਲਾਂ ਕਿਸਾਨਾਂ ਨਾਲ ਵੀ ਸਲਾਹ ਮਸ਼ਵਰਾ ਕਰ ਸਕਦੇ ਨੇ ਤੇ ਸਰਕਾਰ ਆਪਣੇ ਪੱਧਰ ਤੇ ਸਲਾਹ ਮਸ਼ਵਰਾ ਕਰ ਸਕਦੀ ਹੈ, ਤੇ ਫਿਰ ਕਿਸਾਨ ਤੇ ਸਰਕਾਰਾਂ ਦੀ ਨਵੇਂ ਸਿਰੇ ਤੋਂ ਮੀਟਿੰਗ ਵੀ ਇਸ ਮੁੱਦੇ ਤੇ ਹੋ ਸਕਦੀ ਹੈ। ਹੁਣ ਕੱਲ ਬਹੁਤ ਸਾਰੇ ਪੰਜਾਬੀਆਂ ਨੇ, ਜਦੋਂ ਮੈਂ ਪਹਿਲਾ ਪ੍ਰੋਗਰਾਮ ਕੀਤਾ ਗਗਨ, ਉਹਦੇ ਵਿੱਚ ਮੈਂ ਦੱਸ ਦੇਵਾਂ ਕਿ ਗਗਨ ਹੁਣੀ ਕੱਲ ਸਟੂਡੀਓ 'ਚ ਸਮੇਂ ਸਿਰ ਨਹੀਂ ਪਹੁੰਚ ਸਕੇ ਸੀ ਕਿਉਂਕਿ ਕੋਈ ਨਿੱਜੀ ਰੁਝੇਵੇਂ 'ਚ ਗਗਨ ਹੁਣੀ ਗਏ ਹੋਏ ਸੀ। ਮੈਂ ਦੇਖਿਆ ਕਿ ਗਗਨ ਹੁਣੀ ਪਿਛਲੇ 4-5 ਮਹੀਨਿਆਂ ਦੇ ਵਿੱਚੋਂ 1 ਜਾਂ 2 ਦਿਨ ਹੀ ਗਗਨ ਹੁਣਾਂ ਨੇ ਜਿਹੜੀ ਹੈ ਉਹ ਛੁੱਟੀ ਰੱਖੀ ਹੋਣੀ ਹੈ, ਔਰ ਉਹ ਵੀ ਸਾਰੇ ਦਿਨ ਦੀ ਛੁੱਟੀ ਨਹੀਂ ਰੱਖੀ। ਸੋ ਕੰਮ ਦੇ ਪ੍ਰਤੀ ਜਿਹੜੀ ਲਗਨ ਹੈ ਗਗਨ ਦੀ, ਉਹ ਵੀ ਬਹੁਤ ਕਾਬਿਲੇ ਤਾਰੀਫ ਹੈ। ਔਰ ਇਹੀ ਕਾਰਨ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਗਗਨਦੀਪ ਸਿੰਘ ਹੁਣੀ ਬਹੁਤ ਗਹਿਰਾਈ ਦੇ ਨਾਲ ਜਰਨਲਿਜ਼ਮ ਨੂੰ, ਪੱਤਰਕਾਰਤਾ ਨੂੰ ਸਮਝਣ ਲੱਗ ਗਏ ਨੇ, ਔਰ ਜ਼ਰੂਰ ਜ਼ਿੰਦਗੀ 'ਚ ਹੋਰ ਬੁਲੰਦੀਆਂ ਹਾਸਲ ਕਰਨਗੇ। ਸੋ ਗਗਨ, ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਸੋ ਸਾਰੇ ਪੰਜਾਬੀਆਂ ਨੂੰ ਦੱਸਣਾ ਬੜਾ ਜ਼ਰੂਰੀ ਸੀ ਕਿ ਗਗਨ ਦੇ ਨਾਲ ਮੈਂ ਹਮੇਸ਼ਾ ਸ਼ੋਅ ਇਸ ਕਰਕੇ ਕਰਦਾ ਕਿ ਗਗਨ ਦੀ ਜਿਹੜੀ ਇਕਾਗਰਤਾ ਹੈ ਔਰ ਜਿਹੜੀ ਲਗਨ ਹੈ ਉਹਦਾ ਮੈਂ ਬੜਾ ਪ੍ਰਭਾਵਿਤ ਹਾਂ। ਸੋ ਮੈਂ ਜੇ ਲੇਟ ਵੀ ਹੁੰਦਾ ਹੋਵਾਂ ਤੇ ਗਗਨ ਹੋਣੀ ਮੈਨੂੰ ਲੇਟ ਨਹੀਂ ਹੋਣ ਦਿੰਦੇ, ਸੋ ਇਹ ਵੀ ਉਹਨਾਂ ਦੀ ਖੂਬੀ ਹੈ। ਸੋ ਸਮੇਂ ਸਿਰ ਮੈਨੂੰ ਸਟੂਡੀਓ ਬੁਲਾਉਂਦੇ ਨੇ, ਸੋ ਮੈਂ ਆਉਣਾ ਵੀ ਆ, ਮੈਂ ਵੀ ਸਮੇਂ ਦਾ ਪਾਬੰਦ ਹਾਂ। ਹੁਣ ਗੱਲ ਫਿਰ ਉਸੇ ਤੇ ਆਈਏ, ਅਗਰ ਇੱਕ ਵਾਰੀ ਸਰਕਾਰ ਦੇ ਨਾਲ ਅਗਰ ਕਿਸਾਨਾਂ ਦੀ ਨਵੇਂ ਸਿਰੇ ਤੋਂ ਅਗਰ ਗੱਲਬਾਤ ਸ਼ੁਰੂ ਹੁੰਦੀ ਹੈ, ਤੇ ਕੱਲ ਦੇ ਪ੍ਰੋਗਰਾਮ 'ਚ ਬਹੁਤ ਸਾਰੇ ਪੰਜਾਬੀਆਂ ਨੇ ਸਵਾਲ ਕੀਤਾ ਗਗਨ ਵੀ ਕਿਸਾਨਾਂ ਨੂੰ ਉਦੋਂ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਜਦੋਂ ਤੱਕ ਸਾਡੇ ਕਿਸਾਨ ਰਿਹਾ ਨਹੀਂ ਹੋ ਜਾਂਦੇ। ਦੇਖੋ ਮੈਂ ਕਿਸਾਨਾਂ ਦੇ ਹਰ ਫੈਸਲੇ ਦੇ ਨਾਲ ਹਾਂ, ਕਿਸਾਨ ਵੀ ਆਪਣੇ ਨੇ, ਸਰਕਾਰ ਵੀ ਆਪਣੀ ਹੈ। ਜਦੋਂ ਕੋਈ ਗੱਲ ਸਮਝੌਤੇ ਵਾਲੇ ਪਾਸੇ ਤੁਰਨੀ ਹੈ ਨਾ ਗਗਨ ਜੀ, ਜਦੋਂ ਗੱਲ ਸਮਝੌਤੇ ਵਾਲੇ ਪਾਸੇ ਤੁਰਨੀ ਹੈ, ਇਹ ਤਾਂ ਨਿਸ਼ਚਿਤ ਹੈ ਕਿ ਕਿਸਾਨ ਪਹਿਲਾਂ ਇਹ ਸ਼ਰਤਾਂ ਰੱਖਣਗੇ ਕਿ ਜਿਹੜੇ ਸਾਡੇ ਲੋਕ ਨਿਰਦੋਸ਼ ਨੇ, ਜਿਨ੍ਹਾਂ ਤੇ ਕੇਸ ਦਰਜ ਕੀਤੇ ਗਏ ਨੇ, ਉਹਨਾਂ ਨੂੰ ਰਿਹਾ ਕਰੋ। ਦੇਖੋ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ, ਜਿਨ੍ਹਾਂ ਨੇ ਤਾਂ ਕੋਈ ਹਿੰਸਕ ਕਾਰਵਾਈ ਸਿੱਧੇ ਰੂਪ 'ਚ ਕੀਤੀ ਹੈ, ਦੇਖੋ ਉਹਨਾਂ ਲਈ ਤਾਂ ਕਿਸਾਨਾਂ ਨੇ ਵੀ ਨਹੀਂ ਕਹਿਣਾ ਕਿ ਇਹਨਾਂ ਨੂੰ ਛੱਡ ਦਿਓ। ਜਿਹੜੇ ਨਿਰਦੋਸ਼ ਨੇ, ਜਿਹੜੇ ਉੱਥੇ ਹੈ ਵੀ ਨਹੀਂ ਸੀ, ਜਿਨ੍ਹਾਂ ਦੇ ਨਾਮ ਪੈ ਗਏ, ਜਿਨ੍ਹਾਂ ਦੀ ਮਨਸ਼ਾ ਹੀ ਹੈ ਨਹੀਂ ਸੀ ਹਿੰਸਾ ਦੀ, ਕਈ ਵਿਚਾਰੇ ਵੈਸੇ ਹੀ ਗਏ ਹੁੰਦੇ ਨੇ। ਹੁਣ ਜੇ ਲੱਕੜ ਨਾਲ ਕੀਤੀ ਤੇ ਉਹ ਘੁਣ ਨੂੰ ਵੀ ਆਪਾਂ ਕੋਸ਼ਿਸ਼ ਕਰੀਏ ਕਿ ਉਹ ਪਿਸੇ ਨਾ, ਤੇ ਘੁਣ ਨੂੰ ਆਪਾਂ ਸੁਰੱਖਿਅਤ ਲੱਕੜ ਦੇ ਨਾਲ ਜੋੜ ਦਈਏ ਦੂਸਰੀ ਦੇ। ਉਂਝ ਤਾਂ ਚਲੋ
ਘੁਣ ਦੀ ਜਿਹੜੀ ਆਪਣੀ ਨੇਚਰ ਹੁੰਦੀ ਹੈ ਘੁਣ ਦੀ, ਉਹ ਲੱਕੜ ਨੂੰ ਕਮਜ਼ੋਰ ਕਰਦੀ ਹੈ। ਪਰ ਆਪਾਂ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਆਪਾਂ ਉਦਾਹਰਨ ਦਿੱਤੀ ਹੈ, ਪਰ ਉਹ ਘੁਣ ਨਹੀਂ ਹੈਗੇ। ਜਿਹੜੇ ਉਹ ਵਿਅਕਤੀ ਨੇ ਉਹ ਬੜੀ ਸੱਚੀ ਤੇ ਸੁੱਚੀ ਸ਼ਰਧਾ ਦੇ ਨਾਲ ਜਿਹੜੇ ਨੇ ਇਸ ਕਿਸਾਨ ਅੰਦੋਲਨ ਦੇ ਨਾਲ ਜੁੜੇ ਸੀ। ਜੇ ਕੋਈ ਭਟਕੇ ਹੋਏ ਸੀ ਤੇ ਉਹਨਾਂ ਤੇ ਕੇਸ ਦਰਜ ਹੋ ਗਏ, ਅਗਰ ਕੋਈ ਸ਼ਰਾਰਤੀ ਸੀ, ਹਿੰਸਾ ਕਰਨ ਵਾਲੇ ਸੀ, ਉਹਨਾਂ ਤੇ ਤਾਂ ਕਾਨੂੰਨ ਨੇ ਕੰਮ ਕਰਦਾ ਰਹਿਣਾ। ਪਰ ਜਿਹੜੇ ਨਿਰਦੋਸ਼ ਨੇ, ਜਿਨ੍ਹਾਂ ਦਾ ਕਸੂਰ ਕੋਈ ਨਹੀਂ, ਜਿਹੜੇ ਪਹਿਲੀ ਵਾਰੀ ਦੇਖਣ ਹੀ ਗਏ ਸੀ ਵੀ ਲਾਲ ਕਿਲ੍ਹਾ ਹੁੰਦਾ ਕਿਹੋ ਜਿਹਾ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਲਾਲ ਕਿਲ੍ਹਾ ਦੇਖਿਆ ਨਹੀਂ ਗਗਨ ਹਾਲੇ ਤੱਕ। ਬਿਲਕੁਲ। ਦਿੱਲੀ 'ਚ ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ, ਕਿਉਂਕਿ ਮੈਂ ਬਹੁਤ ਲੰਮਾ ਅਰਸਾ ਦਿੱਲੀ 'ਚ ਪੱਤਰਕਾਰਤਾ ਕੀਤੀ ਹੈ। ਦਿੱਲੀ 'ਚ ਬੇਅੰਤ ਚੀਜ਼ਾਂ ਨੇ ਦੇਖਣ ਦੀਆਂ, ਬਹੁਤ ਚੀਜ਼ਾਂ ਨੇ। ਅਸੀਂ ਬਹੁਤ ਸਾਰੀਆਂ ਚੀਜ਼ਾਂ ਤਾਂ ਦੇਖੀਆਂ ਨਹੀਂ ਹੋਣੀਆਂ। ਦਿੱਲੀ 'ਚ ਬਹੁਤ ਕਾਬਿਲੇ ਤਾਰੀਫ ਚੀਜ਼ਾਂ ਨੇ, ਸ਼ਹੀਦਾਂ ਨਾਲ ਜੁੜੀਆਂ ਹੋਈਆਂ, ਦੇਸ਼ ਭਗਤਾਂ ਨਾਲ ਜੁੜੀਆਂ ਹੋਈਆਂ, ਸਾਡੇ ਗੁਰੂਆਂ ਨਾਲ ਜੁੜੀਆਂ ਹੋਈਆਂ, ਔਰ ਦੇਵੀ ਦੇਵਤਾਵਾਂ ਨਾਲ ਜੁੜੀਆਂ ਹੋਈਆਂ, ਹਰ ਧਰਮ ਭਾਈਚਾਰੇ ਨਾਲ ਜੁੜੀਆਂ ਦਿੱਲੀ 'ਚ ਬਹੁਤ ਸਾਰੀਆਂ ਚੀਜ਼ਾਂ ਨੇ, ਕਿਉਂਕਿ ਦਿੱਲੀ ਰਾਜਧਾਨੀ ਹੈ। ਸੋ ਬਹੁਤ ਸਾਰੇ ਲੋਕਾਂ ਨੇ ਤਾਂ ਮੈਨੂੰ ਲੱਗਦਾ ਗਗਨ ਨੰਗੀ ਅੱਖ ਦੇ ਨਾਲ ਪਹਿਲੀ ਵਾਰੀ ਲਾਲ ਕਿਲ੍ਹਾ ਦੇਖਿਆ ਹੋਣਾ ਵੀ ਅੱਛਾ ਇਹ ਲਾਲ ਕਿਲ੍ਹਾ। ਬਿਲਕੁਲ। ਇੱਥੇ 15 ਅਗਸਤ ਨੂੰ ਤਿਰੰਗਾ ਝੰਡਾ ਲਹਿਰਾਇਆ ਜਾਂਦਾ। ਸੋ ਇਸ ਕਰਕੇ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਉਹ ਬਿਆਨ ਵੀ ਯਾਦ ਆ ਗਿਆ ਗਗਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਕਿ ਫਤਿਹ ਦਿਵਸ ਮੌਕੇ ਵੀ ਲਾਲ ਕਿਲ੍ਹੇ ਦੇ ਉੱਪਰ ਜਿਹੜੇ ਕੇਸਰੀ ਝੰਡੇ ਨੇ, ਨਿਸ਼ਾਨ ਸਾਹਿਬ ਨੇ, ਉਹ ਸਜਾਏ ਜਾਂਦੇ ਨੇ ਉੱਥੇ। ਸੋ ਇਹ ਬੜੀ ਗੱਲ ਮਾਣ ਵਾਲੀ ਲੱਗੀ। ਸੋ ਇਸ ਕਰਕੇ ਇਹ ਸਾਰੀਆਂ ਸਥਿਤੀਆਂ ਨੂੰ, ਉਸ ਦਿਨ ਦੀ ਘਟਨਾ ਨੂੰ ਸਰਕਾਰ ਨੂੰ ਬਹੁਤ ਵੱਡੇ ਦਿਲ ਦੇ ਨਾਲ ਦੇਖਣਾ ਚਾਹੀਦਾ, ਬਹੁਤ ਵੱਡੇ ਦਿਲ ਦੇ ਨਾਲ ਦੇਖਣਾ ਚਾਹੀਦਾ। ਜਿਹੜੇ ਲੋਕ ਪੰਜਾਬ ਨੂੰ ਤੋੜਨਾ ਚਾਹੁੰਦੇ, ਦੇਸ਼ ਨੂੰ ਤੋੜਨਾ ਚਾਹੁੰਦੇ, ਹਿੰਸਾ ਫੈਲਾਉਣਾ ਚਾਹੁੰਦੇ, ਅਸੀਂ ਵੀ ਉਹਨਾਂ ਦੇ ਖਿਲਾਫ ਹਾਂ। ਸਾਨੂੰ ਵੀ ਜੇ ਕਿਤੇ ਉਹਨਾਂ ਦੀ ਕੋਈ ਸੂਹ ਮਿਲੀ ਤੇ ਅਸੀਂ ਵੀ ਜ਼ਰੂਰ ਤੁਹਾਨੂੰ ਦੱਸ ਦਿਆਂਗੇ ਦਿੱਲੀ ਵਾਲਿਆਂ ਨੂੰ ਵੀ ਆਹ ਬੰਦੇ ਇੱਥੇ ਨੇ। ਔਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜਿਹੜੇ ਸਾਡੇ ਨੌਜਵਾਨ ਆ ਲਾਈਵ ਹੋ ਪਾਉਂਦੇ ਸੀ ਤੇ ਜਿਹੜੇ ਕਹਿੰਦੇ ਸੀ ਅਸੀਂ ਪੇਸ਼ ਹੋ ਜਾਵਾਂਗੇ, ਆ ਮੈਂ ਦੀਪ ਸਿੱਧੂ ਦੀ ਵੀ ਜ਼ਿਕਰ ਕਰਦਾ, ਦੀਪ ਸਿੱਧੂ ਨੂੰ ਆਪ ਹੀ ਪੇਸ਼ ਹੋ ਜਾਣਾ ਚਾਹੀਦਾ ਹੁਣ, ਕਿਉਂਕਿ ਉਹਨੇ ਵਾਅਦਾ ਕੀਤਾ ਸੀ ਲਾਈਵ ਹੋ ਕੇ ਕਿ ਮੈਂ ਆਪ ਹੀ ਪੇਸ਼ ਹੋ ਜਾਊਂਗਾ। ਭਾਈ ਹੋ ਜਾ ਆਪ ਹੀ ਪੇਸ਼, ਇਹ ਮਸਲਾ ਨਿਬੜ ਜਾਣਾ ਚਾਹੀਦਾ। ਪੇਸ਼ ਹੋਵੋਗੇ ਤੇ ਅਦਾਲਤ 'ਚ ਵੀ ਆਪਣੀ ਗੱਲ ਰੱਖ ਸਕੋਗੇ ਵੀ ਤੁਹਾਡਾ ਮਨੋਰਥ ਕੀ ਸੀ। ਜਿਹੜੀ ਗੱਲ ਤੁਸੀਂ ਫੇਸਬੁੱਕ ਤੇ ਲਾਈਵ ਹੋ ਕੇ ਕਹਿੰਦੇ ਹੋ ਉਹ ਅਦਾਲਤ 'ਚ ਜਾ ਕੇ ਰੱਖੋ, ਤਾਂ ਕਿ ਲੋਕਾਂ ਨੂੰ ਪੂਰੀ ਗੱਲ ਤੁਹਾਡੀ ਸਮਝ ਆਵੇ। ਹੁਣ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਗਗਨ, ਅਗਰ ਦੁਬਾਰਾ ਗੱਲਬਾਤ ਸ਼ੁਰੂ ਹੁੰਦੀ ਹੈ, ਮੈਂ ਉਸੇ ਵਿਸ਼ੇ ਤੇ ਵਾਪਸ ਆਉਣਾ, ਅਗਰ ਦੁਬਾਰਾ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਕਿਸਾਨ ਇਹ ਗੱਲ ਰੱਖਣਗੇ ਕਿ ਜਿਹੜੇ ਲੋਕ ਨਿਰਦੋਸ਼ ਨੇ ਉਹਨਾਂ ਨੂੰ ਛੱਡਿਆ ਜਾਵੇ। ਹਰਿਆਣੇ 'ਚ ਜਿਨ੍ਹਾਂ ਤੇ ਨਜਾਇਜ਼ ਕੇਸ ਦਰਜ ਕੀਤੇ ਸੀ ਉਹ ਕੇਸ ਖਤਮ ਕੀਤੇ ਜਾਣ। ਜਿਨ੍ਹਾਂ ਤੇ ਉੱਥੇ ਸਿੰਘੂ ਬਾਰਡਰ ਦੇ ਆਲੇ ਦੁਆਲੇ ਨਜਾਇਜ਼ ਕੇਸ ਪੈ ਗਏ ਉਹਨਾਂ ਨੂੰ ਵੀ ਇਹਨਾਂ ਕੇਸਾਂ ਤੋਂ ਮੁਕਤ ਕੀਤਾ ਜਾਵੇ। ਔਰ ਸਰਕਾਰ ਦੇ ਨਾਲ ਇੱਕ ਸਦਭਾਵਨਾ ਵਾਲਾ, ਇੱਕ ਮੁਹੱਬਤ ਵਾਲਾ, ਇੱਕ ਸਲੀਕੇ ਵਾਲਾ ਮਾਹੌਲ ਪੈਦਾ ਹੋਵੇ ਤੇ ਫਿਰ ਇਹ ਗੱਲਬਾਤ ਅੱਗੇ ਤੁਰੇ। ਸੋ ਅਗਰ ਕੁਝ ਅਜਿਹਾ ਹੋ ਜਾਂਦਾ ਗਗਨ ਤੇ ਮੈਂ ਇਹ ਸਮਝੂਗਾ ਵੀ ਇੱਕ ਤਰੀਕੇ ਨਾਲ ਨਵਾਂ ਮੋੜਾ ਪੈ ਗਿਆ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ। ਦੇਖੋ ਇੱਕ ਗੱਲ ਹੋਰ ਵੀ, ਕੱਲ ਕਿਸੇ ਨੇ ਕਿਹਾ ਵੀ ਇਹ ਕਾਨੂੰਨ ਮੁਲਤਵੀ ਕਿਵੇਂ ਹੋਣਗੇ। ਦੇਖੋ ਕਾਨੂੰਨ ਭਾਵੇਂ ਮੁਲਤਵੀ ਹੋਣੇ ਹੋਣ, ਭਾਵੇਂ ਰੱਦ ਹੋਣੇ ਹੋਣ, ਇਹ ਕਾਨੂੰਨ ਦੇਸ਼ ਦੀ ਪਾਰਲੀਮੈਂਟ ਨੇ ਪਾਸ ਕੀਤੇ ਆ। ਪਾਰਲੀਮੈਂਟ ਤੋਂ ਬਿਨਾਂ ਇਹਨਾਂ ਕਾਨੂੰਨਾਂ ਤੇ ਕੋਈ ਫੈਸਲਾ ਨਹੀਂ ਲੈ ਸਕਦਾ। ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਬਹੁਤ ਘੱਟ ਸੰਭਾਵਨਾ ਹੈ ਕਿ, ਦੇਖੋ ਇੱਕ ਗੱਲ ਹੁੰਦੀ ਹੈ ਕਿ ਸੁਪਰੀਮ ਕੋਰਟ ਨਿਆਂਪਾਲਿਕਾ ਔਰ ਸਾਡੀ ਪਾਰਲੀਮੈਂਟ ਹੈ ਜਿਹੜੀ ਸਾਡੀ ਵਿਧਾਨ ਪਾਲਿਕਾ ਕਹਿੰਦੀ ਉਹਨੂੰ, ਹੈ ਜੀ, ਇਹਨਾਂ ਦੋਨਾਂ ਦੇ ਵਿੱਚ ਕਦੀ ਵੀ ਟਕਰਾਅ ਨਹੀਂ ਹੋਣਾ ਚਾਹੀਦਾ। ਕਿਸੇ ਵੀ ਮੁਲਕ ਦੀ ਡੈਮੋਕ੍ਰੇਸੀ 'ਚ ਇਹਨਾਂ ਦੋਵਾਂ ਸੰਸਥਾਵਾਂ 'ਚ ਟਕਰਾਅ ਨਹੀਂ ਹੋਣਾ ਚਾਹੀਦਾ। ਸੁਪਰੀਮ ਕੋਰਟ ਨੇ ਮੁਲਤਵੀ ਕੀਤੇ ਨੇ ਆਰਜੀ ਤੌਰ ਤੇ, ਸੁਪਰੀਮ ਕੋਰਟ ਨੇ ਕਾਨੂੰਨ ਰੱਦ ਨਹੀਂ ਕੀਤੇ। ਮੈਂ ਕਈ ਬੜੇ ਸੀਨੀਅਰ ਵਕੀਲ ਨੇ, ਉਹਨਾਂ ਨਾਲ ਮੈਂ ਗੱਲ ਕੀਤੀ ਗਗਨ। ਇੱਕ ਬਹੁਤ ਸਾਡੇ ਹੋਰ ਮਾਨਯੋਗ ਬੜੇ ਸੀਨੀਅਰ ਵਕੀਲ ਸੀ, ਉਹ ਦੁਨੀਆ ਤੋਂ ਚਲੇ ਗਏ, ਰਮੇਸ਼ ਲਖਨਪਾਲ ਸਾਹਿਬ, ਸਨਅਤੀ ਕੇਂਦਰ ਲੁਧਿਆਣਾ ਨਾਲ ਉਹਨਾਂ ਦਾ ਸੰਬੰਧ ਸੀ। ਉਹਨਾਂ ਦੇ ਪੁੱਤਰ ਨੇ ਰਜਨੀਸ਼ ਲਖਨਪਾਲ, ਉਹ ਵੀ ਇੱਕ ਬਹੁਤ ਹੀ ਸਾਡਾ ਵੱਡਾ ਅੰਗਰੇਜ਼ੀ ਦਾ ਅਖਬਾਰ ਹੈ ਦਾ ਟ੍ਰਿਬਿਊਨ, ਉਹਨਾਂ ਦੇ ਨਾਲ ਲੀਗਲ ਕਰਸਪੋਂਡੈਂਟ ਦੇ ਤੌਰ ਤੇ ਉਹ ਵੀ ਰਿਪੋਰਟਿੰਗ ਕਰਦੇ ਨੇ। ਸੋ ਸ਼੍ਰੀ ਰਮੇਸ਼ ਲਖਨਪਾਲ ਹੁਣੀ ਦੁਨੀਆ ਤੋਂ ਚਲੇ ਗਏ ਨੇ। ਸੋ ਬੜੇ ਦੁੱਖ ਦੀ ਗਲੀ ਜਿਹੜੀ ਹੈ, ਇਹ ਸਾਰੇ ਪੱਤਰਕਾਰ ਭਾਈਚਾਰੇ ਲਈ ਗੱਲ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਆਪਣਾ ਸ਼ੋਕ ਪ੍ਰਗਟ ਕੀਤਾ, ਦੁੱਖ ਦਾ ਪ੍ਰਗਟਾਵਾ ਕੀਤਾ। ਕੱਲ ਉਹਨਾਂ ਨੂੰ ਆਖਰੀ ਵਿਦਾਇਗੀ ਹੈ ਜਿਹੜੀ ਉਹ ਬੜੇ ਪੱਤਰਕਾਰ ਔਰ ਬਹੁਤ ਸਾਡੇ ਵਕੀਲ ਭਾਈਚਾਰੇ ਦੇ ਜਿਹੜੇ ਸਾਰੇ ਨੁਮਾਇੰਦੇ ਸੀਗੇ ਉਹ ਉੱਥੇ ਪਹੁੰਚੇ ਹੋਏ ਸੀਗੇ। ਹੁਣ ਮੈਂ ਮੁੱਖ ਵਿਸ਼ੇ ਤੇ ਵੀ ਮੁੜਦਾ। ਸੋ ਜਦੋਂ ਵੀ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਣੀ ਹੈ ਗਗਨ, ਤੇ ਕੋਈ ਨਾ ਕੋਈ ਸਮਝੌਤਾ, ਕੋਈ ਫਾਰਮੂਲਾ ਜਿਹਾ ਬਣੂਗਾ, ਜਿਸ ਤੋਂ ਬਾਅਦ ਇਹ ਜਿਹੜੀ ਗੱਲ ਹੈ ਇਹ ਅੱਗੇ ਨੂੰ ਤੁਰੇਗੀ। ਜੀ ਬਿਲਕੁਲ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਹਨਾਂ ਜੋ ਉਹਨਾਂ ਦੀ ਹੀ ਭਾਈਵਾਲ ਨੇ ਜਿਨ੍ਹਾਂ ਦੇ ਵੱਲੋਂ ਇਹ
ਬਹੁਤ ਵੱਡਾ ਇੱਕ ਫਾਰਮੂਲਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਮੀਦ ਕਰਾਂਗੇ ਕਿ ਕਿਸਾਨ ਜਥੇਬੰਦੀਆਂ ਵੀ ਜੇਕਰ ਅਜਿਹਾ ਪ੍ਰਸਤਾਵ ਸਰਕਾਰ ਦੇ ਵੱਲੋਂ ਆਉਂਦਾ ਹੈ ਤਾਂ ਕਿਸਾਨ ਜਥੇਬੰਦੀਆਂ ਇਸ ਦੇ ਉੱਤੇ ਚਰਚਾ ਕਰਨ ਅਤੇ ਇਸ ਦੇ ਵੱਲ ਵੀ ਗੌਰ ਕੀਤੀ ਜਾਵੇ ਤੇ ਜਿਸ ਤਰ੍ਹਾਂ ਦਾ ਪ੍ਰਪੋਜ਼ਲ ਦੀ ਮੰਗ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕਿਸਾਨ ਵੀ ਕੁਝ ਇਸ ਤਰ੍ਹਾਂ ਦਾ ਪ੍ਰਪੋਜ਼ਲ ਬਣਾ ਕੇ ਜੇਕਰ ਉਹਨਾਂ ਨੂੰ ਸਹੀ ਲੱਗਦਾ ਤਾਂ ਭੇਜ ਸਕਦੇ ਨੇ ਸਰਕਾਰ ਨੂੰ। ਸੋ ਇਸ ਦੇ ਉੱਤੇ ਗੱਲਬਾਤ ਦੁਬਾਰਾ ਤੁਰਨੀ ਵੀ ਚਾਹੀਦੀ ਹੈ ਤੇ ਤੁਰ ਵੀ ਸਕਦੀ ਹੈ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਦਾ ਮੋੜਾ ਕਿੱਧਰ ਨੂੰ ਪੈਂਦਾ ਹੈ ਤੇ ਅਗਲੀ ਖਬਰ ਦੇ ਵੱਲ ਵੀ ਵੱਧਦੇ ਹਾਂ। ਡਾਇਰੈਕਟਰ ਸਾਹਿਬ, ਜਿਸ ਤਰ੍ਹਾਂ ਨਗਰ ਨਿਗਮ ਚੋਣਾਂ ਦੇ ਵਿੱਚ ਸਮਾਂ ਬਹੁਤ ਘੱਟ ਹੈ ਤੇ ਉਸ ਤੋਂ ਪਹਿਲਾਂ ਵੱਖੋ ਵੱਖਰੇ ਸਿਆਸੀ ਇਲਜ਼ਾਮ ਨੇ ਅਕਾਲੀ ਦਲ ਦੇ ਵੱਲੋਂ ਕਾਂਗਰਸ ਦੇ ਉੱਤੇ ਲਾਏ ਜਾ ਰਹੇ ਨੇ, ਕਾਂਗਰਸ ਦੇ ਵੱਲੋਂ ਅਕਾਲੀ ਦਲ ਦੇ ਉੱਤੇ, ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਉੱਤੇ। ਇਹ ਹੁਣ ਜਿਹੜਾ ਲਗਾਤਾਰ ਝੋਲਾ ਹੁਣ ਖਿਲਰਦਾ ਜਾ ਰਿਹਾ ਸਿਆਸੀ ਤੌਰ ਤੇ, ਤੈਨੂੰ ਕਿੱਦਾਂ ਵੇਖ ਰਹੇ ਹੋ? ਇਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਰ ਦਵਾਂ, ਪਹਿਲਾਂ ਸ਼ਾਇਦ ਮੈਂ ਭੁੱਲ ਗਿਆ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਤੋਂ ਪਹਿਲਾਂ। ਰਾਕੇਸ਼ ਟਕੈਤ ਉਹਨਾਂ ਨੇ ਬਿਆਨ ਦਿੱਤਾ, ਉਹ ਕਹਿੰਦੇ 2 ਅਕਤੂਬਰ ਤੱਕ ਸਮਝੌਤਾ ਹੋ ਸਕਦਾ। ਮਤਲਬ ਉਹਨਾਂ ਨੇ ਡੇਟ ਦੇਤੀ ਵੀ 2 ਅਕਤੂਬਰ ਤੱਕ ਤਾਂ ਅਸੀਂ ਅੰਦੋਲਨ ਕਰ ਸਕਦੇ ਹਾਂ। ਰਾਕੇਸ਼ ਟਕੈਤ ਬੜੇ ਸੀਨੀਅਰ ਲੀਡਰ ਨੇ, ਉਹਨਾਂ ਦੇ ਹੰਝੂ ਭਾਵਨਾਤਮਕ ਰੂਪ 'ਚ ਨਿਕਲੇ। ਤੁਸੀਂ ਦੇਖੋ ਕਿੱਡਾ ਇਕੱਠ ਹੋ ਗਿਆ ਦੁਬਾਰਾ ਉੱਥੇ, ਕਿੰਨੇ ਵੱਡੀ ਗਿਣਤੀ 'ਚ ਲੋਕ ਨੇ ਉਹ ਜਾਗਰੂਕ ਹੋ ਗਏ। ਰਾਕੇਸ਼ ਟਕੈਤ ਦੇ ਇਹ ਕਹਿਣ ਦਾ ਮਤਲਬ ਕਿ 2 ਅਕਤੂਬਰ ਤੱਕ ਅਸੀਂ ਅੰਦੋਲਨ ਕਰਾਂਗੇ, ਉਹ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਨੇ ਵੀ ਇਹ ਅੰਦੋਲਨ ਅਸੀਂ ਐਡੀ ਛੇਤੀ ਖਤਮ ਨਹੀਂ ਕਰਨਾ। ਔਰ ਕਿਸਾਨਾਂ ਨੂੰ ਵੀ ਰਾਕੇਸ਼ ਟਕੈਤ ਮਨੋਵਿਗਿਆਨਿਕ ਤੌਰ ਤੇ ਗਗਨ ਤਿਆਰ ਕਰ ਰਹੇ ਨੇ ਕਿ 2 ਅਕਤੂਬਰ ਤੱਕ ਅਸੀਂ ਅੰਦੋਲਨ ਕਰਨਾ ਹੈ, ਤਾਂ ਕਿ ਕੋਈ ਵੀ ਆਪਣੀ ਹਿੰਮਤ ਇੱਛਾ ਸ਼ਕਤੀ ਕਮਜ਼ੋਰ ਨਾ ਕਰ ਲੇ। ਦੇਖੋ ਇਹ ਵੀ ਰਣਨੀਤੀ ਹੁੰਦੀ ਹੈ, ਜਿਹੜੇ ਪੁਰਾਣੇ ਲੀਡਰ ਹੁੰਦੇ ਨੇ ਉਹਨਾਂ ਕੋਲ ਕਿੱਡਾ ਤਜਰਬਾ ਹੁੰਦਾ ਬਿਲਕੁਲ ਅੰਦੋਲਨ ਕਰਨ ਦਾ। ਰਾਕੇਸ਼ ਟਕੈਤ ਉਹਨਾਂ ਦੇ ਪਿਤਾ ਜੀ ਕੋਲੇ ਵੀ ਬਹੁਤ ਤਜਰਬਾ ਸੀ ਅੰਦੋਲਨ ਕਰਨ ਦਾ, ਜਿਵੇਂ ਆਪਣੇ ਅੰਨਾ ਹਜ਼ਾਰੇ ਉਹਨਾਂ ਕੋਲੇ ਵੀ ਬਹੁਤ ਵੱਡਾ ਤਜਰਬਾ ਹੈ ਅੰਦੋਲਨ ਦਾ। ਅੰਨਾ ਹਜ਼ਾਰੇ ਉਹਨਾਂ ਵਾਲੀ ਖਬਰ ਕੋਈ ਮੈਨੂੰ ਜ਼ਿਆਦਾ ਪਤਾ ਨਹੀਂ ਲੱਗੀ, ਉਹਨਾਂ ਨੇ ਵੀ ਕਹਿੰਦੇ 30 ਜਨਵਰੀ ਤੋਂ ਬਹਿਣਾ ਸੀ, ਉਹਨਾਂ ਨੇ ਵਾਪਸ ਲੈ ਲਿਆ ਫੈਸਲਾ। ਵਾਪਸ ਲੈ ਲਿਆ, ਕੀ ਗੱਲ ਹੋਈ? ਉਹ ਕਹਿੰਦੇ ਕਿ ਸਰਕਾਰ ਦੇ ਫੈਸਲਿਆਂ ਦੇ ਨਾਲ ਕੁਝ ਕੁ ਫੈਸਲਿਆਂ ਨਾਲ ਅਸੀਂ ਸਹਿਮਤ ਹਾਂ ਇਸ ਕਰਕੇ ਅੰਨਾ ਹਜ਼ਾਰੇ ਉਹਨਾਂ ਨੇ ਅੰਦੋਲਨ ਵਾਪਸ ਲੈ ਲਿਆ। ਚਲੋ ਅੰਨਾ ਹਜ਼ਾਰੇ ਉਹਨਾਂ ਦੇ ਇਸ ਫੈਸਲੇ ਨੂੰ ਵੀ ਮੈਂ ਰਿਵਿਊ ਕਰੂੰਗਾ। ਆਪਾਂ ਕੱਲ ਜ਼ਰੂਰ ਆਪਣੇ ਸ਼ਾਮ ਵਾਲੇ ਪ੍ਰੋਗਰਾਮ 'ਚ, ਅੱਜ ਹੀ ਸ਼ਾਮ ਵਾਲੇ ਪ੍ਰੋਗਰਾਮ 'ਚ ਅੰਨਾ ਹਜ਼ਾਰੇ ਉਹਨਾਂ ਦੀ ਗੱਲ ਕਰਾਂਗੇ। ਬੜੀ ਇੱਜ਼ਤ ਕਰਦੇ ਹਾਂ ਆਪਾਂ ਉਹਨਾਂ ਬਜ਼ੁਰਗਾਂ ਦੀ, ਦਿੱਲੀ 'ਚ ਬਹੁਤ ਵੱਡਾ ਅੰਦੋਲਨ ਉਹਨਾਂ ਨੇ ਕੀਤਾ ਸੀ। ਹੁਣ ਜਿਹੜਾ ਮੂਲ ਵਿਸ਼ਾ ਸੀ ਅੱਜ ਦਾ ਗਗਨ, ਮੈਂ ਉਹਦੇ ਤੇ ਫਿਰ ਵਾਪਸ ਆਵਾਂ। ਦਿਮਾਗੀ ਤੌਰ ਤੇ ਵੀ ਕਿਸਾਨਾਂ ਨੂੰ ਰਾਕੇਸ਼ ਟਕੈਤ ਤਿਆਰ ਕਰ ਰਹੇ ਨੇ। ਅੱਜ ਫਿਰ ਪਾਰਲੀਮੈਂਟ ਦਾ ਸੈਸ਼ਨ ਹੈ, ਅੱਜ ਪਾਰਲੀਮੈਂਟ ਦੇ ਸੈਸ਼ਨ 'ਚ ਕੀ ਹੁੰਦਾ ਇਹਦੇ ਤੇ ਵੀ ਸਾਡੀ ਨਜ਼ਰ ਬਣੀ ਰਹੂਗੀ। ਔਰ ਅੱਜ ਪਾਰਲੀਮੈਂਟ ਦੇ ਸੈਸ਼ਨ 'ਚ ਜੋ ਕੁਝ ਹੋਊਗਾ ਉਹਨੂੰ ਸ਼ਾਮ ਨੂੰ ਅਸੀਂ ਫਿਰ ਗੱਲ ਕਰਾਂਗੇ। ਪਰ ਮੈਨੂੰ ਪਾਰਲੀਮੈਂਟ ਦੇ ਸੈਸ਼ਨ ਤੋਂ ਗਗਨ ਇੱਕ ਗੱਲ ਹੋਰ ਕਹਿ ਦੇਵਾਂ ਜੀ। ਪ੍ਰਤਾਪ ਬਾਜਵਾ ਦਾ ਮੈਂ ਭਾਸ਼ਣ ਸੁਣਿਆ, ਪ੍ਰਤਾਪ ਬਾਜਵਾ ਨੇ ਰੰਗ ਬੰਨ੍ਹਤਾ। ਪ੍ਰਤਾਪ ਬਾਜਵਾ ਨੇ ਦੱਸਤਾ ਕਿ ਕਿਵੇਂ ਪੰਜਾਬੀ ਕੁਰਬਾਨੀਆਂ ਦਿੰਦੇ ਨੇ ਸਰਹੱਦ ਤੇ। ਜਿਹੜੇ ਲੋਕ ਦੇਸ਼ ਭਗਤੀ ਤੇ ਪੰਜਾਬੀਆਂ ਦੀ ਉਂਗਲ ਚੱਕ ਰਹੇ ਨੇ ਨਾ ਚੱਕੋ। ਤਿਰੰਗਿਆਂ 'ਚ ਲਿਪਟ ਕੇ ਸਾਡੇ ਜਵਾਨ ਆਉਂਦੇ ਨੇ। ਆ ਪ੍ਰਤਾਪ ਬਾਜਵਾ ਨੇ ਪਾਰਲੀਮੈਂਟ ਦੇ ਵਿੱਚ ਵੀ ਇਸ ਗੱਲ ਦਾ ਖੁਲਾਸਾ ਕਰਤਾ ਔਰ ਪੂਰੇ ਮੁਲਕ ਨੇ ਸੁਣ ਲਿਆ, ਕਿਉਂਕਿ ਪਾਰਲੀਮੈਂਟ ਦੀ ਡਿਬੇਟ ਸਾਰਾ ਮੁਲਕ ਸੁਣਦਾ। ਜਿਵੇਂ ਕ੍ਰਿਕਟ ਦਾ ਮੈਚ ਦੇਖਣ ਦੇ ਸ਼ੌਕੀਨ ਨੇ ਨਾ ਲੋਕ ਸਾਡੇ ਬੜੇ ਜਾਗਰੂਕ ਨੇ ਕਿ ਅਸੀਂ ਪਾਰਲੀਮੈਂਟ ਦੀ ਡਿਬੇਟ ਸੁਣੀਏ। ਰਾਤ ਤੱਕ ਬੈਠੇ ਰਹਿੰਦੇ ਨੇ ਪਾਰਲੀਮੈਂਟ ਦੇਖਣ ਲਈ ਲੋਕ, ਮੈਂ ਵੀ ਬੈਠਾ ਰਹਿਣਾ। ਸੋ ਇਸ ਕਰਕੇ ਇਹ ਗੱਲ ਸਪਸ਼ਟ ਹੋ ਗਈ, ਪੰਜਾਬੀਆਂ ਦੀ ਦੇਸ਼ ਭਗਤੀ ਨੂੰ ਪ੍ਰਤਾਪ ਬਾਜਵਾ ਨੇ ਪਾਰਲੀਮੈਂਟ 'ਚ ਬੜੇ ਜ਼ੋਰ ਸ਼ੋਰ ਦੇ ਨਾਲ ਚੱਕਿਆ ਔਰ ਚੱਕਿਆ ਵੀ ਜਾਣਾ ਚਾਹੀਦਾ ਸੀ ਜੀ। ਤੇ ਡੱਲਰ ਜੀ, ਤੁਹਾਡਾ ਮੂਲ ਸਵਾਲ ਸੀ ਜਿਹੜਾ ਤੁਸੀਂ ਪੋਲੀਟੀਕਲ ਤੌਰ ਤੇ ਗੱਲ ਕੀਤੀ, ਰਾਘਵ ਚੱਡਾ ਦੀ ਗੱਲ ਕੀਤੀ, ਦਲਜੀਤ ਚੀਮਾ ਦੀ ਕੀਤੀ ਔਰ ਵਿਰਸਾ ਸਿੰਘ ਵਲਟੋਹਾ ਦੀ ਕੀਤੀ, ਜਿਹੜੇ ਅਕਾਲੀ ਦਲ ਦੇ ਲੀਡਰ ਨੇ। ਦੇਖੋ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ, ਨਗਰ ਨਿਗਮਾਂ ਦੀਆਂ ਚੋਣਾਂ ਨੇ, ਨਗਰ ਕੌਂਸਲਾਂ ਦੀਆਂ ਚੋਣਾਂ ਨੇ, ਕਈ ਥਾਈਂ ਉਹ 14 ਫਰਵਰੀ ਨੂੰ ਨੇ ਪੰਜਾਬ ਦੇ ਵਿੱਚ। ਲਗਭਗ 38 ਲੱਖ ਵੋਟਰਾਂ ਨੇ ਵੋਟ ਪਾਉਣੀ ਹੈ। 2017 'ਚ ਪੰਜਾਬ 'ਚ ਗਗਨ 1 ਕਰੋੜ 96 ਲੱਖ ਤੋਂ ਵੱਧ ਵੋਟਰ ਸੀ। ਮਤਲਬ ਕਿ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਬਣੇ ਨੇ ਨਾ 2017 'ਚ ਜੀ, ਉਹਦੇ 20% ਵੋਟਰਾਂ ਨੇ ਵੋਟ ਪਾਉਣੀ ਹੈ। ਪਰ ਹਕੀਕਤ 'ਚ 20% ਵੋਟਰ ਇੱਥੇ ਹੈ ਨਹੀਂ, ਕਿਉਂਕਿ ਬਹੁਤ ਵੱਡੀ ਗਿਣਤੀ ਤਾਂ ਸਾਡਾ ਵੋਟਰ ਹੈ ਜਿਹੜਾ ਉਹ ਧਰਨਿਆਂ ਤੇ ਗਿਆ ਹੋਇਆ, ਗਾਜੀਪੁਰ ਗਿਆ ਹੋਇਆ, ਸਿੰਘੂ ਬਾਰਡਰ ਗਿਆ ਹੋਇਆ, ਟਿਕਰੀ ਬਾਰਡਰ ਗਿਆ ਹੋਇਆ। ਇਸ ਕਰਕੇ ਉਹ ਤਾਂ ਕਹਿੰਦੇ ਨੇ ਇਹ ਵੋਟਾਂ ਇਸ ਸਮੇਂ ਨਹੀਂ ਹੋਣੀਆਂ ਚਾਹੀਦੀਆਂ। ਪੋਲੀਟੀਕਲ ਪਾਰਟੀਆਂ ਵੀ ਕਹਿ ਰਹੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ। ਕਿਉਂ? ਕਿਉਂਕਿ ਪਿੰਡਾਂ 'ਚ ਬਹੁਤ ਸਾਰੇ ਲੋਕਾਂ ਨੇ ਬਾਈਕਾਟ ਕਰਤਾ ਕਿ ਸਿਆਸੀ ਪਾਰਟੀਆਂ ਸਾਡੇ ਪਿੰਡਾਂ 'ਚ ਨਾ ਆਉਣ, ਇਹ ਵੋਟਾਂ ਦਾ ਟਾਈਮ ਨਹੀਂ। ਔਰ ਸੱਚਮੁੱਚ ਇਹ ਵੋਟਾਂ ਦਾ ਟਾਈਮ ਨਹੀਂ, ਪਰ ਸਾਡੀ ਸਰਕਾਰ ਨੇ ਅਨਾਉਂਸਮੈਂਟ ਕਰਤੀ ਇਹ ਅਕਤੂਬਰ 2020 ਤੱਕ ਡਿਊ ਸੀ, ਹੋਣੀਆਂ ਸੀ, ਨਹੀਂ ਹੋਈਆਂ। ਹੋਰ ਲੇਟ ਕਰ ਦਿੰਦੇ 2 ਮਹੀਨਾ, ਕਿਸਾਨ ਅੰਦੋਲਨ ਦਾ ਨਤੀਜਾ ਆ ਜਾਂਦਾ, ਫਿਰ ਵੋਟਾਂ ਪੈ ਜਾਣੀਆਂ ਸੀ। ਚਲੋ ਜੋ ਵੀ ਹੈ, ਹੁਣ ਦਲਜੀਤ ਚੀਮਾ ਕਹਿੰਦੇ, ਵਿਰਸਾ ਸਿੰਘ ਵਲਟੋਹਾ ਕਹਿੰਦੇ ਔਰ ਰਾਘਵ ਚੱਡਾ ਕਹਿੰਦੇ। ਰਾਘਵ ਚੱਡਾ ਕਹਿੰਦੇ ਵੀ ਅਸੀਂ ਜਿੱਤਾਂਗੇ, ਕਹਿੰਦੇ ਅਸੀਂ ਆਮ ਆਦਮੀ ਸਾਡੇ ਨਾਲ ਹੈ, ਇਹਨਾਂ ਵੋਟਾਂ ਤੋਂ ਸਪਸ਼ਟ ਹੋ ਜਾਊਗਾ। ਦੇਖੋ ਕਿਤੇ ਨਾ ਕਿਤੇ ਰਾਘਵ ਚੱਡਾ ਦਾ ਵੀ ਟੈਸਟ ਹੈ, ਕਿਉਂਕਿ ਉਹ ਕੋ ਕਨਵੀਨਰ ਬਣ ਕੇ ਆਏ ਨੇ, ਕਾਫੀ ਜ਼ਿਆਦਾ ਸਰਗਰਮ ਨੇ ਪੰਜਾਬ ਦੇ ਵਿੱਚ, ਦਿੱਲੀ ਜਲ ਬੋਰਡ ਦੇ ਚੇਅਰਮੈਨ ਵੀ ਨੇ। ਹੁਣ ਰਾਘਵ ਚੱਡਾ ਲਗਾਤਾਰ ਥਾਂ ਤੇ ਪ੍ਰੈਸ ਕਾਨਫਰੰਸ ਕਰਦੇ ਨੇ, ਕੈਪਟਨ ਅਮਰਿੰਦਰ ਦੇ ਅਗੇਂਸਟ ਵੀ ਉਹ ਆਪਣੀ ਰਣਨੀਤੀ ਬਣਾਉਂਦੇ ਨੇ, ਸੁਖਬੀਰ ਬਾਦਲ ਦੇ ਖਿਲਾਫ ਵੀ ਰਾਘਵ ਚੱਡਾ ਆਪਣੀ ਰਣਨੀਤੀ ਬਣਾਉਂਦੇ ਨੇ। ਦੂਜੇ ਪਾਸੇ ਦਲਜੀਤ ਸਿੰਘ ਚੀਮਾ ਨੇ। ਦਲਜੀਤ ਸਿੰਘ ਚੀਮਾ ਕਹਿੰਦੇ ਫੋਰਸ, ਮਿਲਟਰੀ, ਪੈਰਾਮੈਡੀਕਲ
ਮਿਲਟਰੀ ਜਿਹੜੀ ਹੈ ਪੰਜਾਬ 'ਚ ਆਉਣੀ ਚਾਹੀਦੀ ਹੈ, CRPF ਤੈਨਾਤ ਹੋਵੇ ਪੰਜਾਬ 'ਚ, ਤਾਂ ਅਮਨੋ ਅਮਾਨ ਦੇ ਨਾਲ ਪੰਜਾਬ 'ਚ ਵੋਟਾਂ ਹੋਣਗੀਆਂ। ਵਿਰਸਾ ਵਲਟੋਹਾ ਨੇ ਵੀ ਪੰਜਾਬ 'ਚ ਹਿੰਸਾ ਵਾਲੇ ਪਾਸੇ ਇਸ਼ਾਰਾ ਕਰਤਾ ਕਿ ਤਰਨਤਾਰਨ 'ਚ ਵੀ ਹਿੰਸਾ ਹੋਈ ਹੈ, ਜਿਵੇਂ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸੁਖਬੀਰ ਤੇ ਜਲਾਲਾਬਾਦ 'ਚ ਹਿੰਸਾ ਕਰਤੀ। ਸੋ ਇਹ ਸਾਰੀਆਂ ਗੱਲਾਂ ਇਸ ਵਕਤ ਚੋਣਾਂ ਤੇ ਹਾਵੀ ਨੇ, ਔਰ ਬੀਜੇਪੀ ਨੇ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਮਿਲ ਕੇ ਕਹਿਤਾ ਸੀ, ਅਨਿਲ ਸਰੀਨ ਜਿਹੜੇ ਚੀਫ ਸਪੋਕਸ ਪਰਸਨ ਨੇ ਪੰਜਾਬ ਦੇ, ਉਹਨਾਂ ਦੀ ਅਗਵਾਈ 'ਚ ਵੀ ਇਹ ਵੇਲਾ ਸਹੀ ਨਹੀਂ ਹੈ, ਇਸ ਵੇਲੇ ਚੋਣਾਂ ਨਹੀਂ ਪੰਜਾਬ 'ਚ ਹੋਣੀਆਂ ਚਾਹੀਦੀਆਂ। ਇੱਕ ਵਾਰੀ ਤਿੰਨਾਂ ਲੀਡਰਾਂ ਦੀ ਗੱਲ ਸੁਣਾ ਦਿਓ, ਰਾਘਵ ਚੱਡਾ ਦੀ ਵੀ, ਦਲਜੀਤ ਚੀਮਾ ਦੀ ਵੀ, ਔਰ ਵਿਰਸਾ ਸਿੰਘ ਵਲਟੋਹਾ ਦੀ ਵੀ। ਇਸ ਗੱਲ ਦਾ ਮੈਨੂੰ ਅਫਸੋਸ ਹੈ ਕਿ ਸੂਬੇ ਦੇ ਵਿੱਚ ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਚੱਲ ਰਹੀਆਂ, ਉਹ ਪਾਰਟੀਆਂ ਦੀ ਆਪਣੀ ਇਲੈਕਸ਼ਨ ਨਾ ਹੋ ਕੇ ਸਟੇਟ ਵਰਸਸ ਪੀਪਲ ਇਸ ਵੇਲੇ ਇਲੈਕਸ਼ਨ ਜਿਹੜੀ ਆ ਉਹ ਬਣ ਗਈ ਹੈ। ਇੱਕ ਪਾਸੇ ਸਾਰੀ ਸਟੇਟ ਦੀ ਸ਼ਕਤੀ ਹੈ, ਔਰ ਦੂਜੇ ਪਾਸੇ ਜਿਹੜੇ ਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ। ਇਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਪਾਰਟੀ ਦਾ ਉਮੀਦਵਾਰ ਦੂਜੀ ਪਾਰਟੀ ਦੇ ਉਮੀਦਵਾਰ ਨਾਲ ਤਾਂ ਮੁਕਾਬਲਾ ਕਰ ਸਕਦਾ, ਪਰ ਜੇ ਸੂਬੇ ਦੀ ਸਾਰੀ ਸ਼ਕਤੀ ਜਿਹੜੀ ਹੈ ਉਹ ਇਲੈਕਸ਼ਨ ਦੇ ਉੱਤੇ ਕਬਜ਼ਾ ਕਰਨ ਵਾਸਤੇ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾਉਣ ਵਾਸਤੇ, ਸਾਰੀਆਂ ਬੇਨਿਯਮੀਆਂ ਕਰਨ ਤੇ ਜੇ ਸਟੇਟ ਉੱਤਰ ਆਵੇ ਤੇ ਫਿਰ ਜਿਹੜੇ ਆ ਪਾਰਟੀਆਂ ਦੇ ਉਮੀਦਵਾਰ ਕਿਸ ਹੱਦ ਤੱਕ ਇਹਦਾ ਮੁਕਾਬਲਾ ਕਰ ਸਕਦੇ। ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਲ ਪਾਰਟੀ ਮੀਟਿੰਗ ਦੇ ਵਿੱਚ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੀ, ਉੱਥੇ ਆਲ ਪਾਰਟੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਬੜੀ ਗੰਭੀਰਤਾ ਦੇ ਨਾਲ ਵਿਸ਼ਵਾਸ ਦਿਵਾਇਆ ਸੀ ਕਿ ਕਿਸੇ ਤਰ੍ਹਾਂ ਦਾ ਵੀ ਪੱਖਪਾਤ ਨਹੀਂ ਹੋਣ ਦਿਆਂਗੇ। ਮੈਂ ਬੜੀਆਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ, ਕਿਸੇ ਦੇ ਨੋਮੀਨੇਸ਼ਨ ਪੱਤਰ ਨਜਾਇਜ਼ ਤਰੀਕੇ ਨਾਲ ਰੱਦ ਨਹੀਂ ਹੋਣਗੇ। ਪਰ ਅੱਜ ਮੈਂ ਬੜੇ ਦੁੱਖ ਨਾਲ ਕਹਿ ਸਕਦਾ ਕਿ ਮੁੱਖ ਮੰਤਰੀ ਸਾਹਿਬ ਆਪਣਾ ਜਿਹੜਾ ਆਲ ਪਾਰਟੀ ਮੀਟਿੰਗ ਦੇ ਵਿੱਚ ਵਾਅਦਾ ਕੀਤਾ ਸੀ ਪੰਜਾਬ ਦੀਆਂ ਪਾਰਟੀਆਂ ਤੇ, ਉਹਦੇ ਉੱਪਰ ਪੂਰੇ ਨਹੀਂ ਉਤਰ ਸਕੇ। ਡਰ ਹੈ। ਔਰ ਜਿਹੜੀਆਂ ਚੋਣਾਂ ਜਿਹੜੀਆਂ ਨੇ, ਮੈਂ ਇਲੈਕਸ਼ਨ ਕਮਿਸ਼ਨ ਕੋਲੋਂ ਵੀ, ਪੰਜਾਬ ਸਰਕਾਰ ਕੋਲੋਂ ਵੀ, ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਕੋਲੋਂ ਵੀ ਮੰਗ ਕਰਦਾ ਹੈ ਕਿ ਚੋਣਾਂ ਨਿਰਪੱਖ ਕਰਵਾਉਣ ਲਈ ਉਹ ਜੋ ਉਹਨਾਂ ਦਾ ਫਰਜ਼ ਬਣਦਾ ਉਸ ਫਰਜ਼ ਦੀ ਅਦਾਇਗੀ ਕਰਨ, ਇੱਥੇ ਪੈਰਾਮਿਲਟਰੀ ਫੋਰਸਿਸ ਤਾਇਨਾਤ ਕਰਨ, ਔਰ ਵੱਡੇ ਪੱਧਰ ਤੇ ਪੁਲਿਸੀਆ ਜਿਹੜਾ ਆ ਤੰਤਰ ਆ ਉਹ ਇੱਥੇ ਕਾਇਮ ਕਰਨ, ਔਰ ਪੁਲਿਸ ਵੀ ਜਿਹੜੀ ਹੈ ਉਹ ਜਾਂ ਤੇ PAP ਹੋਵੇ ਔਰ ਵੱਡੀ ਤਾਇਨਾਤ ਦੇ ਵਿੱਚ ਇੱਥੇ ਤਾਇਨਾਤ ਹੋਏ ਵੱਡੀ ਗਿਣਤੀ 'ਚ, ਔਰ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਸੁਰੱਖਿਆ ਜਾਨੀ ਤੇ ਮਾਲੀ ਜਿਹੜੀ ਹੈ ਯਕੀਨੀ ਬਣਾਉਣ ਵਾਸਤੇ ਜਿਹੜਾ ਆ ਪੰਜਾਬ ਸਰਕਾਰ ਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਜੇ ਕਿਤੇ ਕਿਸੇ ਦਾ ਨੁਕਸਾਨ ਹੋ ਗਿਆ, ਅਸੀਂ ਸਾਰੇ ਅਧਿਕਾਰੀਆਂ ਨੂੰ ਉਹਦੇ ਵਿੱਚ ਨਾਮਜ਼ਦ ਕਰਾਵਾਂਗੇ, ਹਾਈ ਕੋਰਟ ਜਾਵਾਂਗੇ, ਦਰਵਾਜ਼ਾ ਖੜਕਾਵਾਂਗੇ, ਔਰ ਦੋਸ਼ੀ ਸਾਡੇ ਜਿਹੜੇ ਹੈ ਜਿੱਥੇ ਉਹ ਗੁੰਡੇ ਹੋਣਗੇ ਕਿਸੇ ਤਰ੍ਹਾਂ ਦਾ ਨੁਕਸਾਨ ਕਰਨ ਵਾਲੇ, ਉੱਥੇ ਜਿਹੜੇ ਇਹ ਅਧਿਕਾਰੀ ਵੀ ਜਿਹੜੇ ਨੇ वो बराबर के दोषी होंगे। मैं अजय भी कहना, समझ जाओ। बहुत ज़रूरी आपने सवाल किया है। कांग्रेस घबराई हुई है, डरी हुई है, और कैप्टन साहब की ये डर है, उनका खौफ है, उनकी फ्रस्ट्रेशन है कि आज जगह जगह आम आदमी पार्टी के लोगों के पर्चे छीने जा रहे हैं, और कोशिश ये करी जा रही है कि आम आदमी पार्टी का कैंडिडेट अपना पर्चा तक ना भर पाए, क्योंकि पर्चा भर दिया तो जीत जाएगा और पर्चा नहीं भरा तो ले दे के कांग्रेस बची है। इसीलिए घबराए हुए कैप्टन साहब आज धक्काशाही कर रहे हैं और एक फ्री एंड फेयर इलेक्शंस जो होता है उसे डिसरप्ट करने की, उसे खराब करने की कोशिश कर रहे हैं। उसके लिए आप चुनाव कमीशन के पास जाएंगे? बिल्कुल जा रहे हैं, लगातार चिट्ठियां लिख रहे हैं, बात कर रहे हैं। ਜੇਕਰ ਗੱਲ ਰੋਪੜ ਦੀ ਕੀਤੀ ਜਾਵੇ ਤਾਂ ਲੋਕਲ ਬਾਡੀ ਚੁਣਾव ਕਿਹਦੇ ਮੁੱਖ ਤੇ ਉੱਤੇ ਲੜੇ ਜਾਣਗੇ, ਕਿਹਦੇ ਫੇਸ केजरीवाल अरविंद केजरीवाल। ਅੱਜ ਦਾ ਰੋਪੜ ਦਾ ਕੀ ਪਲਾਨ ਸੀ ਅੱਜ? देखिए आज यहाँ रोड शो है, लोगों के बीच जा रहे हैं और झोली फैलाकर उनसे विनती कर रहे हैं कि आप एक बार झाड़ू को वोट दें। आपने निकाय के चुनाव में, म्युनिसिपल चुनाव में हर पार्टी को मौका दिया, बीजेपी, अकाली को भी, कांग्रेस को भी, और सबने धोखा दिया। अब एक मौका इस बार सब मिलकर आम आदमी पार्टी को दें, झाड़ू को जिताएं।
ਸੋ ਇਹ ਸਿਆਸੀ ਬਿਆਨ ਤੁਸੀਂ ਸਭ ਨੇ ਸੁਣੇ ਨੇ, ਜਿਨ੍ਹਾਂ ਦੇ ਵਿੱਚੋਂ ਦਲਜੀਤ ਚੀਮਾ ਦੇ ਬਿਆਨ ਦੇ ਵਿੱਚ ਬੜੀ ਅਹਿਮ ਗੱਲ ਦਲਜੀਤ ਚੀਮਾ ਦੇ ਵੱਲੋਂ ਕਹੀ ਗਈ ਹੈ। ਉਹਨਾਂ ਨੇ ਫੌਜ ਲਾਉਣ ਦੀ ਮੰਗ ਕੀਤੀ ਹੈ। ਡੱਲਾ ਜੀ, ਜਿਸ ਤਰ੍ਹਾਂ ਹੁਣ ਫੌਜ ਲਾਉਣ ਦੀ ਮੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਕਿ ਜਿਹੜੀਆਂ ਚੋਣਾਂ ਨੇ ਉਹ ਫੌਜ ਦੀ ਅੰਡਰ ਰਹਿ ਕੇ ਕਰਵਾਈਆਂ ਜਾਣ ਜਾਂ ਪੈਰਾਮਿਲਟਰੀ ਫੋਰਸਿਸ ਦੀ ਨਿਗਰਾਨੀ ਦੇ ਹੇਠ ਕਰਵਾਈਆਂ ਜਾਣ, ਇਸ ਸਾਰੇ ਤਾਣੇ ਬਾਣੇ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਲਗਾਤਾਰ ਅਕਾਲੀ ਦਲ ਉਦੋਂ ਤੋਂ ਹੀ ਇਸ ਚੀਜ਼ ਦੀ ਮੰਗ ਕਰ ਰਿਹਾ ਜਦੋਂ ਤੋਂ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਚੋਣ ਜ਼ਾਬਤਾ ਲਾਗੂ ਕੀਤਾ ਗਿਆ? ਦੇਖੋ, ਇਹ ਮੰਗ ਇਸ ਕਰਕੇ ਹੁੰਦੀ ਹੈ ਕਿ ਵੱਧ ਭਰੋਸਾ ਹੁੰਦਾ ਫੌਜ ਤੇ। ਹੁਣ ਦਿੱਲੀ 'ਚ ਵੀ ਦੇਖੋ, ਪਹਿਲਾਂ ਪੁਲਿਸ ਦਾ ਪਹਿਰਾ ਸੀ, ਫਿਰ ਫੌਜ ਲਾਤੀ ਉੱਥੇ ਬਾਰਡਰਾਂ ਤੇ ਜੀ। ਫੌਜ ਵੱਧ ਤਕਨੀਕੀ ਤੌਰ ਤੇ ਮਜ਼ਬੂਤ ਹੁੰਦੀ ਹੈ, ਔਰ ਜਿਹੜੀ ਪੁਲਿਸ ਹੈ, ਪੁਲਿਸ ਇੱਕ ਸਰਵਿਸ ਪ੍ਰੋਵਾਈਡਰ ਏਜੰਸੀ ਹੈ, ਪੁਲਿਸ ਸਰਵਿਸ ਦਿੰਦੀ ਹੈ, ਔਰ ਪੁਲਿਸ ਸਰਕਾਰ ਨੂੰ ਸਿੱਧਾ ਜਵਾਬਦੇਹ ਹੈ, ਮੰਤਰੀਆਂ ਨੂੰ ਜਵਾਬਦੇਹ ਹੈ। ਪੁਲਿਸ ਜ਼ਿਲ੍ਹੇ ਦਾ SSP ਹੈ, ਲੋਕਲ MLA ਹੈ, ਮੰਤਰੀ ਹੈ, ਉਹਨਾਂ ਦੇ ਨਾਲ ਨੇੜਤਾ ਬਣ ਜਾਂਦੀ ਹੈ। ਸੋ ਫੌਜ ਵੱਖਰੇ ਰੂਪ ਦੇ ਵਿੱਚ ਕੰਮ ਕਰਦੀ ਹੈ। ਫੌਜ ਦਾ ਮੁਖੀ ਹੈ ਜਿਹੜਾ, ਉਹ ਸਾਡੇ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈ ਜੀ। ਸੋ ਇਸ ਕਰਕੇ ਫੌਜ ਤੇ ਪੁਲਿਸ 'ਚ ਫਰਕ ਹੈ। ਜ਼ਿੰਮੇਦਾਰੀਆਂ ਦੋਵਾਂ ਦੀਆਂ ਇੱਕੋ ਜਿਹੀਆਂ, ਦੇਸ਼ ਭਗਤੀ ਦੋਨਾਂ 'ਚ ਹੈ। ਸਲੂਟ ਅਸੀਂ ਦੋਨਾਂ ਨੂੰ ਕਰਦੇ ਹਾਂ, ਦੋਨੇ ਡਿਸਪਲਿਨਡ ਫੋਰਸਸ ਨੇ। ਪਰ ਪੁਲਿਸ ਦੀ ਪੋਲੀਟੀਕਲ ਦੁਰਵਰਤੋਂ ਹੋ ਜਾਂਦੀ ਕਿਤੇ ਨਾ ਕਿਤੇ। ਆਪਾਂ ਦੇਖਦੇ ਹਾਂ ਅਕਸਰ ਪੁਲਿਸ ਵਾਲੇ ਵਰਤੇ ਜਾਂਦੇ ਨੇ ਜੀ। ਪੁਲਿਸ ਵਾਲਿਆਂ ਦਾ ਬਹੁਤ ਵਾਰੀ ਲਾਠੀ ਚਾਰਜ ਕਰਨ ਨੂੰ ਮਨ ਨਹੀਂ ਹੁੰਦਾ, ਅਧਿਆਪਕਾਂ ਤੇ, ਟੀਚਰਾਂ ਤੇ, ETT ਵਾਲਿਆਂ ਤੇ, ਕਿਸਾਨਾਂ ਤੇ, ਪਰ ਪੁਲਿਸ ਨੂੰ ਹੁਕਮ ਆ ਜਾਂਦਾ ਹੈ ਤੇ ਪੁਲਿਸ ਨੂੰ ਲਾਠੀ ਚਾਰਜ ਕਰਨਾ ਪੈਂਦਾ। ਔਰ ਦਿੱਲੀ 'ਚ ਜੋ ਕੁਝ ਪੁਲਿਸ ਨੇ ਕੀਤਾ ਜਾਂ ਕਿਸਾਨਾਂ ਤੇ ਪੁਲਿਸ ਦੇ ਵਿੱਚ ਹੋਇਆ, ਸਾਰਾ ਕੁਝ ਪੁਲਿਸ ਕਰਨਾ ਨਹੀਂ ਚਾਹੁੰਦੀ ਹੋਣੀ ਹੈ ਜੀ। ਕਿੰਨੀ ਥਾਂ ਤੇ ਦੇਖਿਆ ਆਪਾਂ, ਪੁਲਿਸ ਦੇ ਵੀ ਜਿਹੜੇ ਸਾਡੇ ਜਵਾਨ ਸੀ ਉਹ ਕਿੱਡੇ ਜ਼ਖਮੀ ਹੋਏ ਜੀ। ਕਈ ਥਾਂ ਸਾਡੇ ਕਿਸਾਨਾਂ ਨੇ ਦੇਖੋ ਪੁਲਿਸ ਵਾਲਿਆਂ ਨੂੰ ਬਚਾਇਆ ਵੀ। ਹਰ ਤਰ੍ਹਾਂ ਦੀਆਂ ਤਸਵੀਰਾਂ ਹੁੰਦੀਆਂ ਨੇ ਕਿਸੇ ਵੀ ਅਜਿਹੇ ਅੰਦੋਲਨ 'ਚ। ਜਦੋਂ ਘਟਨਾ ਹੁੰਦੀ ਹੈ, ਉਹ 'ਚ ਚੰਗੇ ਲੋਕ ਵੀ ਨੇ, ਉਹਦੇ 'ਚ ਕੌੜੇ ਲੋਕ ਵੀ ਨੇ, ਹਰ ਤਰ੍ਹਾਂ ਦੇ ਲੋਕ ਨੇ ਉਹਦੇ 'ਚ। ਕਿਸਾਨਾਂ ਨੇ ਕਿੰਨੇ ਪੁਲਿਸ ਵਾਲਿਆਂ ਨੂੰ ਬਚਾਇਆ ਵੀ ਜੀ, ਔਰ ਕਈ ਪੁਲਿਸ ਵਾਲਿਆਂ ਨੇ ਵੀ ਕਿਸਾਨਾਂ ਦੀ ਮਦਦ ਕੀਤੀ ਹੋਣੀ ਆ ਵੀ ਬਜ਼ੁਰਗੋ ਨਿਕਲ ਜਾਓ, ਛੱਟ ਨਾ ਲੱਗ ਜੇ ਤੁਹਾਡੇ। ਸੋ ਇਸ ਕਰਕੇ ਹਰ ਕੋਈ ਵਿਅਕਤੀ ਹੈ ਜਿਹੜਾ, ਜਿਵੇਂ ਪੁਲਿਸ ਦੀ ਗੱਲ ਕਰਾਂ ਤੇ ਉਹ ਹੁਕਮ 'ਚ ਬੰਨੀ ਹੋਈ ਹੈ ਪੁਲਿਸ। ਹੁਣ ਜਦੋਂ ਪੰਜਾਬ 'ਚ ਸੂਬਿਆਂ 'ਚ ਇਲੈਕਸ਼ਨ ਹੁੰਦੀ ਹੈ, ਹੁਣ ਜਦੋਂ ਅਕਾਲੀ ਦਲ ਚੋਣਾਂ ਕਰਾਉਂਦਾ ਸੀ, ਉਹ ਵੀ ਪੁਲਿਸ ਦੀ ਵਰਤੋਂ ਕਰਦਾ ਸੀ ਜੀ, ਹੈ ਜੀ। ਹੁਣ ਅਕਾਲੀ ਦਲ ਨੂੰ ਡਰ ਇਸ ਗੱਲ ਦਾ ਹੈ ਵੀ ਇਹ ਕਾਂਗਰਸੀ ਵੀ ਹੁਣ ਵਰਤੋਂ ਕਰਨਗੇ। ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਪਤਾ ਹੈ ਪੁਲਿਸ ਦੀ ਵਰਤੋਂ ਹੁੰਦੀ, BJP ਨੂੰ ਵੀ ਪਤਾ ਹੈ। ਜਦੋਂ ਅਕਾਲੀ BJP ਦਾ ਰਾਜ ਸੀ, ਉਦੋਂ ਅਕਾਲੀ BJP ਵਾਲੇ ਵੀ ਪੁਲਿਸ ਦੀ ਵਰਤੋਂ ਕਰਦੇ ਸੀ। ਬਿਲਕੁਲ। ਅਨਿਲ ਜੋਸ਼ੀ ਦੇ ਭਰਾ ਨਾਲ ਕੀ ਹੋਇਆ ਸੀ ਦੇਖੋ। ਅਨਿਲ ਜੋਸ਼ੀ ਮੰਤਰੀ ਸੀ, ਉਹਦੀ ਨਹੀਂ ਸੁਣੀ ਗਈ ਅਕਾਲੀ BJP ਦੇ ਰਾਜ ਜੀ। ਇੱਟ ਖੜਕਾ ਕਿਵੇਂ ਹੁੰਦਾ ਸੀਗਾ ਅਕਾਲੀ ਦਲ ਤੇ BJP ਦਾ ਆਪਸ 'ਚ। ਸੋ ਇਸ ਕਰਕੇ ਫੌਜ ਦੀ ਮੰਗ ਇਸ ਕਰਕੇ ਹੁੰਦੀ ਹੈ ਵੀ ਜਦੋਂ ਫੌਜ ਆ ਗਈ ਅੱਗੇ, ਫਿਰ ਕੋਈ ਫੌਜ ਨੂੰ ਹੁਕਮ ਨਹੀਂ ਦੇ ਸਕਦਾ। ਫਿਰ ਕੋਈ MLA ਇਹ ਨਹੀਂ ਕਹਿ ਦੂਗਾ ਥਾਣੇਦਾਰ ਨੂੰ, ਡਿਊਟੀ ਤੇ ਖੜੇ ਨੂੰ, ਵੀ ਅੱਜ ਦਾ ਦਿਨ ਹੀ ਇਲੈਕਸ਼ਨ ਹੈ, ਚੋਣ ਜ਼ਾਬਤਾ ਖਤਮ ਹੋ ਜਾਣਾ, ਕੱਲ ਦੇਖਦਾ। ਮੁੜ ਕੇ ਉਹ SHO ਦੀ ਬਦਲੀ ਕਰ ਦਿੰਦਾ। ਕਿੰਨੇ ਸਾਡੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ SHO, SP, ASP, ਪੁਲਿਸ ਦੇ ਅਫਸਰ, ਕਾਂਸਟੇਬਲ, ਮੁਲਾਜ਼ਮ, IG, DIG ਪੱਧਰ ਦੇ ਲੋਕ ਕਿੰਨੀ ਵਾਰੀ, DGP ਤੱਕ ਵੀ ਸਿਆਸੀ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਨੇ, ਬਦਲੀ ਕਰ ਦਿੱਤੀ ਜਾਂਦੀ ਉਹਨਾਂ ਦੀ। ਬਿਲਕੁਲ। ਕਿਉਂਕਿ ਪੋਲੀਟੀਕਲ ਲੋਕ ਨਹੀਂ ਸੰਤੁਸ਼ਟ ਹੁੰਦੇ। ਸੋ ਅਗਰ ਤਾਂ ਕੋਈ ਵਾਜਬ ਕਾਰਨ ਹੈ, ਗੱਲ ਸਮਝ ਆਉਂਦੀ ਹੈ। ਜੇ ਆਮ ਤੌਰ ਤੇ ਪਰ ਹੁੰਦਾ ਗੈਰ ਵਾਜਬ ਕਾਰਨਾਂ ਕਰਕੇ ਹੈ। ਈਗੋ ਹੈ ਨਾ ਜਿਹੜੀ, ਈਗੋ, ਉਹ ਅਗਰ ਕਿਸੇ ਮੰਤਰੀ ਦੀ ਈਗੋ ਨਾਲ ਸੈਟੀਸਫਾਈਡ ਹੋਵੇ ਤਾਂ ਵੀ ਉਹ SHO ਦੀ ਬਦਲੀ ਕਰ ਦਿੰਦਾ ਵੀ ਮੈਂ ਉੱਥੇ ਗਿਆ ਸੀ ਤੇ ਮੇਰਾ ਮਾਨ ਤਾਣ ਨਹੀਂ ਕੀਤਾ, SHO ਨੇ ਮੈਨੂੰ ਸਲੂਟ ਨਹੀਂ ਮਾਰਿਆ, ਵੀ ਮੈਨੂੰ ਰਿਸੀਵ ਕਰਨ ਨਹੀਂ ਆਇਆ SHO ਮੂਹਰੇ। ਉਹ ਇਹ ਚਾਹੁੰਦੇ ਨੇ ਕਈ ਮੰਤਰੀ ਤਾਂ ਵੀ ਅਸੀਂ ਜੇ ਕਿਸੇ ਦੇ ਨਿੱਜੀ ਪ੍ਰੋਗਰਾਮ ਤੇ ਵੀ ਜਾਈਏ ਨਾ ਜੀ, ਕੋਠੀ ਦੇ ਬਾਹਰ SHO ਖੜਾ ਹੋਵੇ 4-5 ਗਨਮੈਨ ਲੈ ਕੇ ਜੀ, ਤਾਂ ਕਿ ਜਿਹਦੇ ਮੈਂ ਘਰ ਚੱਲਿਆ ਉਹਨਾਂ ਨੂੰ ਪਤਾ ਲੱਗ ਜੇ ਵੀ ਮੰਤਰੀ ਕੀ ਹੁੰਦਾ। ਬਿਲਕੁਲ, ਹੈ ਜੀ। ਸੋ ਜਿਵੇਂ ਕਈ ਲੋਕ ਉਹਨਾਂ ਨੂੰ ਖਤਰਾ ਨਹੀਂ ਹੁੰਦਾ, ਉਹ ਖਤਰੇ ਦੀ ਚਿੱਠੀ ਲਿਖਾ ਲੈਂਦੇ ਤੇ ਕਈ ਵਾਰੀ ਉਹ ਫਿਰ ਜਦੋਂ ਚਿੱਠੀ ਪੜ੍ਹਦੇ, ਉਹ ਚਿੱਠੀ ਪੜ੍ਹ ਕੇ ਆਪ ਡਰਨ ਲੱਗ ਜਾਂਦੇ ਵੀ ਅੱਛਾ ਸਾਨੂੰ ਇੰਨਾ ਖਤਰਾ। ਬਿਲਕੁਲ। ਫਿਰ ਉਹ ਲੈ ਕੇ ਜਾਂਦੇ ਨੇ ਕਿਸੇ ਲੀਡਰ ਕੋਲੇ, ਮੰਤਰੀ ਕੋਲੇ, ਸਿਫਾਰਿਸ਼ ਪਵਾ ਕੇ ਫਿਰ ਗ੍ਰਹਿ ਮਹਿਕਮੇ ਕੋਲੇ ਜਾਂਦੀ ਹੈ। ਬਹੁਤ ਵਾਰੀ ਜੁਗਾੜੂ ਲੋਕ ਨੇ ਜਿਹੜੇ ਸਿਕਿਉਰਿਟੀ ਲਿਆਉਂਦੇ, ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੁੰਦੀ। ਬਿਲਕੁਲ। ਮੁੜ ਕੇ ਉਹ ਜਿਹੜੇ ਗਨਮੈਨ ਮਿਲੇ ਹੁੰਦੇ ਨੇ ਤੇ ਫਿਰ ਉਹ ਪਰਿਵਾਰ ਨੇ ਵੀ ਕਿਤੇ ਜਾਣਾ ਹੁੰਦਾ ਤੇ ਉਹ ਗਨਮੈਨ ਨਾਲ ਭੇਜ ਦਿੱਤੇ ਜਾਂਦੇ। ਬਿਲਕੁਲ। ਸੋ ਲੋਕ ਫੋਕੀ ਸ਼ੋਹਰਤ ਦੇ ਵੀ ਕਈ ਲੋਕ ਨੇ ਨਾ ਬੜੇ ਸ਼ੌਕੀਨ ਹੁੰਦੇ ਨੇ। ਬਿਲਕੁਲ। ਖਤਰਾ ਕਿਸੇ ਨੂੰ ਇੰਨਾ ਹੁੰਦਾ ਨਹੀਂ, ਕਈ ਵਾਰੀ ਝੂਠਾ ਖਤਰਾ ਬਣਾ ਕੇ ਵੀ ਸਿਕਿਉਰਿਟੀ ਲਈ ਜਾਂਦੀ ਹੈ। ਉਹਦਾ ਕਾਰਨ ਕੀ ਹੈ? ਇਹ ਸਿਸਟਮ, ਪੁਲਿਸ ਦੀ ਦੁਰਵਰਤੋਂ ਹੁੰਦੀ ਹੈ। ਉੱਥੇ ਵੀ ਮੰਤਰੀ ਕਹਿ ਦਿੰਦੇ ਨੇ ਕਈ ਵਾਰੀ ਆਪਣੇ ਕਿਸੇ ਖਾਸ, ਮੈਂ ਸ਼ਬਦ ਚੰਗਾ ਵਰਤਦਾ, ਆਪਣੇ ਕਿਸੇ ਖਾਸ ਦੋਸਤ ਨੂੰ
ਜਾਂ ਟੀਮ ਮੈਂਬਰ ਨੂੰ ਜੀ ਵੀ ਜੇ ਮੈਂ ਮੰਤਰੀ ਬਣ ਗਿਆ ਤੇ ਤੈਨੂੰ ਮੈਂ 4 ਗਨਮੈਨ ਦਵਾਣੇ, ਫਿਰ ਉਹ ਗੱਲ ਪਗਾਉਣੀ ਪੈਂਦੀ। ਮੰਤਰੀ ਕਹਿੰਦਾ ਵੀ ਹੁਣ ਲਿਖੋ ਜੀ ਚਿੱਠੀ, ਦਰਖਾਸਤ ਵਾਲੇ ਨੂੰ ਕਹਿ ਦਿੰਦੇ ਵੀ ਲਿਖੋ ਚਿੱਠੀ, ਇਹਨੂੰ ਬਹੁਤ ਖਤਰਾ ਹੈ। ਜੀ ਫਿਰ ਉਹ ਪਾਇਆ ਜਾਂਦਾ ਵੀ ਇਹਨੂੰ ਖਤਰਾ ਕਿੱਥੋਂ ਹੈ। ਜੀ ਕੋਈ ਪੁਰਾਣਾ ਕਿਤੇ ਝਗੜਾ ਵੀ ਹੋਇਆ ਹੋਵੇ ਉਹਦਾ ਵੀ ਹਵਾਲਾ ਦੇ ਦਿੰਦੇ ਫਿਰ ਵੀ ਉਹ ਇੱਕ ਵਾਰੀ ਲੜਾਈ ਹੋਈ ਸੀ 5 ਸਾਲ ਪਹਿਲਾਂ, ਉਹ ਵੀ ਖਤਰਾ ਹੈ ਜੀ ਦੁਬਾਰਾ ਉਸ ਬੰਦੇ ਤੋਂ। ਫਿਰ ਇਹੋ ਜਿਹੀਆਂ ਹਵਾਲੇ ਦੇ ਕੇ ਵੀ ਸਾਨੂੰ ਖਤਰਾ ਹੈ, ਜਾਨ ਨੂੰ ਖਤਰਾ ਹੈ, ਆਉਣ ਜਾਣ ਤੋਂ ਖਤਰਾ ਹੈ, ਜਾਂ ਅਸੀਂ ਆਹ ਕੰਮ ਕਰਦੇ ਹਾਂ, ਸਾਡੇ ਕੋਲੇ ਕੈਸ਼ ਹੁੰਦਾ ਹੈ, ਜਾਂ ਜੋ ਵੀ ਹੈ, ਕਈ ਤਕਨੀਕੀ ਚੀਜ਼ਾਂ ਨੇ ਜੀ। ਸੋ ਫਿਰ ਇਹ ਪੁਲਿਸ ਦੀ ਦੁਰਵਰਤੋਂ ਹੀ ਹੈ। ਬਿਲਕੁਲ ਪੁਲਿਸ ਵਾਲੇ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਨਾ ਚਾਹੁੰਦੇ ਨੇ, ਕਰਦੇ ਵੀ ਨੇ ਬਹੁਤ ਸਾਰੇ। ਔਰ ਕਈ ਐਸਐਚਓ ਦੇਖੋ ਜਿਨ੍ਹਾਂ ਨੂੰ ਅੱਜਕੱਲ ਸਿੰਘਮ ਕਹਿਣ ਲੱਗ ਗਏ, ਜੀ ਆ ਪੰਜਾਬ 'ਚ ਵੀ ਕਿੰਨੇ ਸਿੰਘਮ ਨੇ, ਬਿਲਕੁਲ ਪਰਵਾਹ ਨਹੀਂ ਕਰਦੇ ਮੰਤਰੀ ਦੀ ਵੀ, ਐਮਐਲਏ ਦੀ ਵੀ। ਜੀ ਉੱਥੇ ਫਿਰ ਮੰਤਰੀ ਤੇ ਐਮਐਲਏ ਕੈਪਟਨ ਨੂੰ ਸ਼ਿਕਾਇਤ ਲਾਉਂਦੇ ਆ ਵੀ ਸਾਡਾ ਐਸਐਚਓ ਸਾਡੀ ਸੁਣਦਾ ਨਹੀਂ ਜੀ, ਬਦਲੋ। ਜੀ ਸੋ ਪੁਲਿਸ ਨੂੰ ਇਸ ਕਰਕੇ ਕਹਿੰਦੇ ਨੇ ਵੀ ਫੌਜ ਲਾ ਦਿਓ, ਵੀ ਪੁਲਿਸ ਅਗਰ ਪੁਲਿਸ ਜਾਇਜ਼ ਕੰਮ ਕਰ ਰਹੀ ਹੈ ਤਾਂ ਵੀ ਕੋਈ ਨਾ ਕੋਈ ਵਿਅਕਤੀ ਆ ਕੇ ਉਹਦੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਇੱਥੋਂ ਯਾਰ ਇਹ ਐਸਐਚਓ ਬੜਾ ਇਮਾਨਦਾਰ ਹੈ, ਇਹਨੂੰ ਆਪਣੇ ਨਾਲ ਠੀਕ ਨਹੀਂ ਚੱਲਦਾ, ਜੀ ਵੀ ਕੁਛ ਕਰੀਏ ਇਹਦਾ। ਇਦਾਂ ਦੀਆਂ ਜੁਗਤਾਂ ਲਾਉਣ ਲੱਗ ਜਾਂਦੇ ਲੋਕ। ਇਸ ਕਰਕੇ ਫਿਰ ਪਰ ਦੇਖੋ ਪੁਲਿਸ ਨੂੰ ਅਕਾਲੀ ਦਲ ਨੇ ਵੀ ਵਰਤਿਆ ਜੀ, ਔਰ ਪੁਲਿਸ ਨੂੰ ਕਾਂਗਰਸ ਵੀ ਵਰਤ ਰਹੀ ਹੈ। ਜੀ ਪੁਲਿਸ ਨੂੰ ਸਾਰੀਆਂ ਸਰਕਾਰਾਂ ਚੰਗੇ ਤਰੀਕੇ ਨਾਲ ਵੀ ਵਰਤਦੀਆਂ ਨੇ, ਗਲਤ ਤਰੀਕੇ ਨਾਲ ਵੀ ਵਰਤਦੀਆਂ ਨੇ। ਜੇ ਕੋਈ ਜਾਂਚ ਹੋ ਜੇ ਗਲਤ ਤਰੀਕੇ ਨਾਲ ਵਰਤਣ ਦੀ ਤੇ ਸਾਬਤ ਹੋ ਜਾਊਗਾ, ਬਿਲਕੁਲ, ਕਿਉਂਕਿ ਕੋਈ ਜਾਂਚ ਨਹੀਂ ਹੁੰਦੀ, ਇਸ ਕਰਕੇ ਸਾਬਤ ਨਹੀਂ ਹੁੰਦਾ। ਇਸ ਕਰਕੇ ਫੌਜ ਮੰਗਦੇ ਨੇ ਵੀ ਫੌਜ ਤੇ ਘੱਟੋ ਘੱਟ ਸੂਬੇ ਦਾ ਅਧਿਕਾਰ ਨਹੀਂ ਚੱਲਦਾ ਇਹਨਾਂ, ਜੀ ਹੈ ਜੀ। ਬਿਲਕੁਲ ਹੁਣ ਫੌਜੀ ਤਾਮਿਲਨਾਡੂ ਦਾ ਹੋਊਗਾ ਜਾਂ ਪੱਛਮੀ ਬੰਗਾਲ ਦਾ ਹੋਊਗਾ, ਪਹਿਲੀ ਗੱਲ ਉਹਨੂੰ ਪੂਰੀ ਪੰਜਾਬੀ ਨਹੀਂ ਸਮਝ ਆਉਣੀ, ਬਿਲਕੁਲ ਉਹਨੇ ਤਾਂ ਸਿਰਫ ਜੋ ਦਿਖਦਾ ਹੈ ਉਹਨੂੰ ਕਹਿਤਾ ਵੀ ਇੱਥੇ ਕਿਸੇ ਨੇ ਪਾਰ ਨਹੀਂ ਜਾਣਾ ਤੇ ਉਹਨੇ ਜਾਣ ਨਹੀਂ ਦੇਣਾ, ਬਿਲਕੁਲ ਭਾਵੇਂ ਕੋਈ ਆ ਜਾਏ। ਇਸੇ ਕਰਕੇ ਤਾਂ ਫੌਜੀ ਬਾਰਡਰ ਤੇ ਰੱਖਿਆ ਕਰਦੇ ਨਾ ਦੇਸ਼ ਦੀ। ਉਹਨਾਂ ਨੂੰ ਪਤਾ ਵੀ ਸਾਹਮਣੇ ਕੋਈ ਵੀ ਆਵੇ ਆਪਾਂ ਵੜਨ ਨਹੀਂ ਦੇਣਾ, ਨਹੀਂ ਵੜਨ ਦਿੰਦੇ। ਬਿਲਕੁਲ। ਸੋ ਇਹ ਖਾਸ ਗੱਲਾਂ ਸੀ ਜਿਨ੍ਹਾਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀ ਸੀ। ਉਧਰ ਗੱਲ ਉਸ ਜਗ੍ਹਾ ਦੀ ਵੀ ਕਰਾਂਗੇ ਉੱਤਰਾਖੰਡ ਦੇ ਵਿੱਚ ਜੋ ਕੁਝ ਹੋਇਆ ਹੈ ਉਸ ਨੂੰ ਲੈ ਕੇ ਕਈ ਲੋਕ ਹੁਣ ਤੱਕ ਲਾਪਤਾ ਦੱਸੇ ਜਾ ਰਹੇ ਨੇ ਤੇ ਕਈਆਂ ਦੇ ਹੁਣ ਤੱਕ ਇਸ ਸੰਸਾਰ ਤੋਂ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਸੋ ਉਮੀਦ ਕਰਾਂਗੇ ਕਿ ਜਲਦ ਉੱਥੋਂ ਜੋ ਹਾਲਾਤ ਨੇ ਉਹ ਸੁਖਾਵੇਂ ਹੋਣ ਤੇ ਜੋ ਲੋਕ ਲਾਪਤਾ ਨੇ ਉਹ ਸਹੀ ਹਾਲਾਤਾਂ ਦੇ ਵਿੱਚ ਆਪਣੇ ਪਰਿਵਾਰਾਂ ਤੱਕ ਪਹੁੰਚ ਜਾਣ। ਸੋ ਇਸੇ ਪ੍ਰੋਗਰਾਮ ਦੇ ਵਿੱਚ ਹੁਣ ਤੱਕ ਦੇ ਲਈ ਇੰਨਾ ਹੀ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਖਾਸ ਗੱਲਾਂ ਦੇ ਉੱਤੇ। ਅੱਜ ਸ਼ਾਮ ਦਾ ਵੀ ਦੱਸ ਦਿਓ, ਸ਼ਾਮ ਨੂੰ 7 ਵਜੇ ਹਰ ਰੋਜ਼ ਜੀ, ਜਾਂ ਗਗਨ ਜੀ ਮੇਰੇ ਨਾਲ ਲਾਈਵ ਹੋਇਆ ਕਰਨਗੇ, ਨਹੀਂ ਤਾਂ ਮੇਰੀ ਇਕੱਲੇ ਦੀ ਇਹ ਡਿਊਟੀ ਲਾਉਣੀ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ। ਬਹੁਤ